ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਦੇ ਵਿੱਚ। ਤੁਸੀਂ ਦੇਖ ਰਹੇ ਹੋ MSW ਸਟੱਡੀ ਔਰ ਗੱਲ ਕਰਾਂਗੇ ਅੱਜ ਦੇ ਲੈਕਚਰ ਦੀ। ਇਸ ਲੈਕਚਰ ਵਿੱਚ ਜਿਹੜਾ ਆਪਾਂ ਗੱਲ ਕਰਾਂਗੇ ਡੈਮੋਕ੍ਰੇਸੀ ਜੋ ਕਿ ਤੁਹਾਡੇ ਸਿਲੇਬਸ ਪੀਐਸ ਟੈਟ ਸੋਸ਼ਲ ਸਟੱਡੀ ਦੇ ਵਿੱਚ ਇੱਕ ਟੌਪਿਕ ਹੈ ਪੋਲੀਟੀਕਲ ਦੇ ਵਿੱਚ। ਐਸਐਸਟੀ ਸਾਡੀ ਜਿਹੜੀ ਪੇਪਰ 2 ਦੇ ਵਿੱਚ ਹੈ, ਪੇਪਰ 2 ਦੇ ਵਿੱਚ ਜਿਹੜੀ ਤੁਹਾਡੀ ਐਸਐਸਟੀ ਆ ਪੁੱਛੀ ਜਾਣੀ ਹੈ 60 ਨੰਬਰਾਂ ਦੀ। ਉਸ ਦੇ ਵਿੱਚ ਇੱਕ ਟੌਪਿਕ ਹੈ ਡੈਮੋਕ੍ਰੇਸੀ, ਜਿਹਨੂੰ ਪੰਜਾਬੀ 'ਚ ਬੋਲਦੇ ਹਾਂ ਆਪਾਂ ਲੋਕਤੰਤਰ। ਇਸ ਨੂੰ ਪੰਜਾਬੀ 'ਚ ਆਪਾਂ ਕੀ ਬੋਲਦੇ ਹਾਂ? ਲੋਕਤੰਤਰੀ ਜਾਂ ਲੋਕਤੰਤਰ ਬੋਲਦੇ ਹਾਂ ਪੰਜਾਬੀ 'ਚ। ਇਹ ਟੌਪਿਕ ਬਾਰੇ ਆਪਾਂ ਪ੍ਰੋਪਰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡੈਮੋਕ੍ਰੇਸੀ ਬਾਰੇ ਡਾਊਟ ਨਹੀਂ ਰਹੇਗਾ। ਜਿਹੜਾ ਕਿ ਟੌਪਿਕ ਤੁਹਾਡੇ ਸਿਲੇਬਸ ਵਿੱਚ ਦਿੱਤਾ ਗਿਆ ਡੈਮੋਕ੍ਰੇਸੀ। ਸਭ ਤੋਂ ਪਹਿਲਾਂ ਡੈਮੋਕ੍ਰੇਸੀ ਦਾ ਅਰਥ ਕੀ ਹੈ, ਜਾਂ ਕਹਿ ਸਕਦੇ ਹਾਂ ਆਪਾਂ ਪੰਜਾਬੀ ਵਿੱਚ ਲੋਕਤੰਤਰ ਦਾ ਅਰਥ ਕੀ ਹੈ। ਦੇਖੋ, ਇਸ ਦਾ ਕੀ ਅਰਥ ਹੈ ਕਿ ਲੋਕਤੰਤਰ ਜਿਹੜਾ ਸ਼ਬਦ ਬਣਿਆ ਹੈ, ਇਸ ਦਾ ਅਰਥ ਆਪਾਂ ਨੂੰ ਫੇਰ ਹੀ ਪਤਾ ਲੱਗੇ ਕਿ ਲੋਕਤੰਤਰ ਸ਼ਬਦ ਬਣਿਆ ਕਿੱਥੋਂ ਹੈ। ਪੰਜਾਬੀ ਦੇ ਵਿੱਚ ਲੋਕਤੰਤਰ ਜਿਹੜਾ ਸ਼ਬਦ ਆ ਉਹ ਕਿੱਥੋਂ ਆਇਆ? ਉਹ ਆਇਆ ਡੈਮੋਕ੍ਰੇਸੀ ਸ਼ਬਦ ਤੋਂ ਆਇਆ। ਡੈਮੋਕ੍ਰੇਸੀ ਵਰਡ ਜਾਂ ਸ਼ਬਦ ਕਿਸਦਾ ਹੈ? ਇੰਗਲਿਸ਼ ਦਾ ਹੈ। ਡੈਮੋ ਪਲੱਸ ਕ੍ਰੇਸੀ, ਜਿਹਨੂੰ ਆਪਾਂ ਬੋਲਦੇ ਹਾਂ ਡੈਮੋ ਪਲੱਸ ਕ੍ਰੇਸੀ, ਇੱਥੇ ਲਿਖਿਆ। ਡੈਮੋਕ੍ਰੇਸੀ ਦਾ ਮਤਲਬ ਕੀ ਹੈ? ਲੋਕਾਂ ਦਾ ਸ਼ਾਸਨ। ਇਸ ਦਾ ਮੀਨਿੰਗ ਹੈ ਜਾਂ ਅਰਥ ਹੈ ਲੋਕਾਂ ਦਾ ਸ਼ਾਸਨ। ਇਸੇ ਕਰਕੇ ਜਿਹੜਾ ਲੋਕਤੰਤਰ ਹੈ ਉਹਨੂੰ ਕੀ ਬੋਲਦੇ ਹੈ? ਲੋਕਾਂ ਦਾ ਤੰਤਰ, ਭਾਵ ਲੋਕਾਂ ਦਾ ਸ਼ਾਸਨ ਬੋਲਦੇ ਆ। ਇੱਥੇ ਡੈਮੋਕ੍ਰੇਸੀ ਦਾ ਮਤਲਬ ਕੀ ਹੈ? ਲੋਕਾਂ ਦਾ ਸ਼ਾਸਨ। ਔਰ ਇਹ ਡੈਮੋਕ੍ਰੇਸੀ ਸ਼ਬਦ ਤੋਂ ਕੀ ਬਣਿਆ? ਲੋਕਤੰਤਰ। ਇਸ ਕਰਕੇ ਲੋਕਤੰਤਰ ਦਾ ਮਤਲਬ ਵੀ ਕੀ ਹੋ ਗਿਆ? ਲੋਕਾਂ ਦਾ ਸ਼ਾਸਨ। ਸਮਝ ਲੱਗੀ ਹੋਏਗੀ, ਆ ਸਕੇ ਤੁਹਾਨੂੰ ਸਮਝ ਲੱਗੀ ਹੋਏਗੀ। ਔਰ ਇਸ ਲੈਕਚਰ ਦੇ ਵਿੱਚ ਕੋਈ ਵੀ ਡਾਊਟ ਨਹੀਂ ਰਹੇਗੀ। ਐਂਡ ਤੱਕ ਲੈਕਚਰ ਨੂੰ ਜ਼ਰੂਰ ਸੁਣਿਓ। ਨੈਕਸਟ ਦੇਖਦੇ ਹਾਂ। ਨੈਕਸਟ ਕੀ ਹੈ ਕਿ ਗਣਰਾਜ ਰਾਜ। ਇੱਕ ਸ਼ਬਦ ਆਪਣੇ ਕੋਲੇ ਗੱਗਾ, ਨਾਣਾ, ਰਾਰੇ, ਕਨਜ, ਗਣਰਾਜ ਰਾਜ। ਇਹ ਸ਼ਬਦ ਕੀ ਹੈ? ਆਪਾਂ ਕਈ ਵਾਰੀ ਸੁਣਦੇ ਹਾਂ ਕਿ ਭਾਰਤ ਇੱਕ ਗਣਰਾਜ ਰਾਜ ਹੈ। ਭਾਰਤ ਕੀ ਹੈ? ਇੱਕ ਗਣਰਾਜ ਰਾਜ ਹੈ। ਤਾਂ ਇਸ ਦਾ ਮਤਲਬ ਕੀ ਹੈ? ਭਾਰਤ ਨੂੰ ਗਣਰਾਜ ਰਾਜ ਕਿਉਂ ਕਿਹਾ ਜਾਂਦਾ? ਲੋਕਤੰਤਰੀ ਸਰਕਾਰ ਵਿੱਚ ਮੰਨ ਲਓ ਜਿਹੜੇ ਵੀ ਰਾਜ ਦੀ ਜਾਂ ਦੇਸ਼ ਦੀ ਲੋਕਤੰਤਰੀ ਸਰਕਾਰ ਹੈ, ਉਸ ਸਰਕਾਰ ਵਿੱਚ ਉਸਦਾ ਮੁਖੀ ਚੁਣਿਆ ਜਾਂਦਾ ਹੈ। ਜਿਵੇਂ ਭਾਰਤ ਦੇ ਵਿੱਚ ਰਾਸ਼ਟਰਪਤੀ ਚੁਣਿਆ ਜਾਂਦਾ। ਰਾਸ਼ਟਰਪਤੀ ਇਹ ਤਾਂ ਨਹੀਂ ਕਿ ਵੈਸੇ ਹੀ ਜਾ ਕੇ ਕੁਰਸੀ ਤੇ ਬੈਠਿਆ ਕਿ ਰਾਸ਼ਟਰਪਤੀ ਬਣ ਗਿਆ। ਉਹਦੀ ਚੋਣ ਹੁੰਦੀ ਹੈ। ਠੀਕ ਹੈ, ਰਾਸ਼ਟਰਪਤੀ ਦੀ ਭਾਰਤ ਵਿੱਚ ਚੋਣ ਹੁੰਦੀ ਹੈ। ਰਾਸ਼ਟਰਪਤੀ ਭਾਰਤ ਵਿੱਚ ਚੁਣਿਆ ਜਾਂਦਾ ਹੈ। ਇਹੀ ਅਸੀਂ ਕਹਿ ਸਕਦੇ ਹਾਂ ਕਿ ਗਣਰਾਜ ਰਾਜ ਅਸੀਂ ਕਿਸ ਨੂੰ ਕਹਿ ਸਕਦੇ ਹਾਂ? ਗਣਰਾਜ ਰਾਜ ਜਾਂ ਗਣਰਾਜ ਸਟੇਟ ਅਸੀਂ ਕਿਸ ਨੂੰ ਕਹਿ ਸਕਦੇ ਹਾਂ? ਜਿਸ ਦਾ ਮੁਖੀ ਚੁਣਿਆ ਜਾਂਦਾ ਹੈ। ਜਿਸ ਦਾ ਮੁਖੀ ਕੀ ਕੀਤਾ ਜਾਂਦਾ? ਚੁਣਿਆ ਜਾਂਦਾ ਹੈ। ਤਾਂ ਭਾਰਤ ਇੱਕ ਗਣਰਾਜ ਰਾਜ ਹੈ, ਕਿਉਂਕਿ ਭਾਰਤ ਦਾ ਜਿਹੜਾ ਮੁਖੀ ਹੈ, ਜਿਹਨੂੰ ਕਿ ਅਸੀਂ ਰਾਸ਼ਟਰਪਤੀ ਕਹਿੰਦੇ ਹਾਂ, ਉਹ ਕੀ ਕੀਤਾ ਜਾਂਦਾ? ਚੁਣਿਆ ਜਾਂਦਾ ਹੈ। ਤਾਂ ਇਸੇ ਗਣਰਾਜ ਰਾਜ ਨੂੰ ਅਸੀਂ ਲੋਕਤੰਤਰੀ ਗਣਰਾਜ ਵੀ ਕਹਿ ਸਕਦੇ ਹਾਂ। ਇੱਥੇ ਤੇ ਕਲੀਅਰ ਹੋਏਗਾ। ਅੱਗੇ ਹੁਣ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਡੈਮੋਕ੍ਰੇਸੀ। ਠੀਕ ਹੈ, ਡੈਮੋਕ੍ਰੇਸੀ। ਹੁਣ ਡੈਮੋਕ੍ਰੇਸੀ ਜਾਂ ਲੋਕਤੰਤਰ ਇਹ ਸਮਝ ਗਏ ਤੁਸੀਂ, ਪੰਜਾਬੀ 'ਚ ਲੋਕਤੰਤਰ ਬੋਲਦੇ ਨੇ। ਇਹਦੇ ਵੀ ਦੋ ਪ੍ਰਕਾਰ ਹੁੰਦੇ ਆ ਡੈਮੋਕ੍ਰੇਸੀ ਦੇ। ਕਿੰਨੇ ਪ੍ਰਕਾਰ ਹੁੰਦੇ ਆ? 2 ਟਾਈਪਸ ਹੁੰਦੇ ਆ ਇਹਦੇ। ਠੀਕ ਹੈ, 2 ਟਾਈਪਸ ਦੇ ਹੁੰਦੇ ਆ। ਹੁਣ ਉਹ 2 ਟਾਈਪਸ ਕਿਹੜੇ ਆ? ਦੇਖੋ, ਇੱਕ ਹੁੰਦੀ ਹੈ ਡਾਇਰੈਕਟ ਡੈਮੋਕ੍ਰੇਸੀ। ਠੀਕ ਹੈ, ਇੱਕ ਹੁੰਦੀ ਹੈ ਇਨਡਾਇਰੈਕਟ ਡੈਮੋਕ੍ਰੇਸੀ। ਹੁਣ ਜਿਹੜੀ ਡਾਇਰੈਕਟ ਡੈਮੋਕ੍ਰੇਸੀ ਹੈ, ਸਭ ਤੋਂ ਪਹਿਲਾਂ ਇਹ ਸਮਝਦੇ ਹਾਂ, ਜਿਹਨੂੰ ਆਪਾਂ ਪੰਜਾਬੀ 'ਚ ਬੋਲਦੇ ਹਾਂ ਸਿੱਧਾ ਲੋਕਤੰਤਰ। ਇਹਦੇ ਵਿੱਚ ਕੀ ਹੁੰਦਾ ਹੈ? ਡਾਇਰੈਕਟ ਡੈਮੋਕ੍ਰੇਸੀ, ਇਹਦੇ ਵਿੱਚ ਲੋਕਾਂ ਦੁਆਰਾ ਫੈਸਲੇ ਲਈ ਜਾਂਦੇ ਆ। ਭਾਵ ਤੁਸੀਂ ਇਹ ਸਮਝੋ ਕਿ ਕਿਸੇ ਵੀ ਪਿੰਡ 'ਚ ਗਲੀਆਂ ਬਣਾਉਣੀਆਂ, ਨਾਲੀਆਂ ਬਣਾਉਣੀਆਂ, ਜਾਂ ਕਿਸੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਕਰਾਉਣਾ, ਉਹ ਲੋਕ ਕਹਿਣਗੇ। ਜਿਵੇਂ ਸਾਰੇ ਲੋਕ, ਚਾਹੇ ਇੱਕ ਪਿੰਡ 'ਚ 500 ਵਿਅਕਤੀ ਹੈ, 500 ਵਿਅਕਤੀ ਇਕੱਠੇ ਹੋ ਕੇ ਜਿਹੜਾ ਕੁਝ ਕਹਿਣਗੇ, ਉਹਨਾਂ ਦਾ ਸਾਂਝਾ ਫੈਸਲਾ ਹੋਊਗਾ। ਉਸੇ ਨੂੰ ਹੀ ਫੈਸਲਾ ਮੰਨਿਆ ਜਾਊਗਾ, ਉਸੇ ਨੂੰ ਹੀ ਕਾਨੂੰਨ ਮੰਨਿਆ ਜਾਊਗਾ। ਉਹਨੂੰ ਬੋਲਦੇ ਆ ਸਿੱਧਾ ਲੋਕਤੰਤਰ। ਉਹਨੂੰ ਕੀ ਬੋਲਦੇ ਆ? ਸਿੱਧਾ ਲੋਕਤੰਤਰ, ਭਾਵ ਲੋਕਾਂ ਦੁਆਰਾ ਫੈਸਲੇ ਲਏ ਜਾਂਦੇ ਆ। ਉਸ ਦੇ ਵਿੱਚ ਉਸਨੂੰ ਡਾਇਰੈਕਟ ਡੈਮੋਕ੍ਰੇਸੀ ਬੋਲਦੇ ਆ, ਉਸਨੂੰ ਸਿੱਧਾ ਲੋਕਤੰਤਰ ਬੋਲਦੇ ਆ।
ਜਦੋਂ ਲੋਕਤੰਤਰ ਜਾਂ ਡੈਮੋਕ੍ਰੇਸੀ ਪੈਦਾ ਹੋਈ ਉਦੋਂ ਸਿਰਫ ਇਸ ਤਰ੍ਹਾਂ ਦੀ ਹੀ ਡੈਮੋਕ੍ਰੇਸੀ ਜਾਂ ਇਸ ਤਰ੍ਹਾਂ ਦਾ ਹੀ ਲੋਕਤੰਤਰ ਹੁੰਦਾ ਸੀ ਕਿ ਲੋਕਾਂ ਦੁਆਰਾ ਫੈਸਲੇ ਲਏ ਜਾਂਦੇ ਸੀ। ਅੱਜ ਕੱਲ੍ਹ ਵੀ ਜਿਹੜਾ ਇਹ ਸਿਸਟਮ ਅੱਜ ਕੱਲ੍ਹ ਵੀ ਸਵਿਟਜ਼ਰਲੈਂਡ ਦੇਸ਼ ਦੇ ਵਿੱਚ ਚੱਲਦਾ ਹੈ ਕਿ ਲੋਕਾਂ ਦੁਆਰਾ ਫੈਸਲੇ ਲਏ ਜਾਂਦੇ ਆ। ਪਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜਾ ਲੋਕਤੰਤਰ ਦੀ, ਦੇਖੋ ਉੱਥੇ ਜਦੋਂ ਕਈ ਵਾਰੀ ਪੁੱਛ ਲਿਆ ਕਿ ਲੋਕਤੰਤਰ ਦੀ ਸ਼ੁਰੂਆਤ ਕਿਸ ਦੇਸ਼ ਵਿੱਚ ਹੋਈ, ਉੱਥੇ ਆਪਸ਼ਨ ਆ ਜੇ ਏਥਨਜ਼। ਏਥਨਜ਼ ਇੱਕ ਦੇਸ਼ ਹੈ, ਏਥਨਜ਼ ਤਾਂ ਕਿੱਥੇ ਹੋਈ ਆਪਾਂ ਲਿਖਾਂਗੇ ਏਥਨਜ਼। ਹੁਣ ਉੱਥੇ ਏਥਨਜ਼ 'ਚ ਜਿਹੜਾ ਅੱਜ ਦਾ ਲੋਕਤੰਤਰ ਹੈ ਜਿਹਨੂੰ ਅਸੀਂ ਦੇਖ ਰਹੇ ਹਾਂ, ਜਿਹਨੂੰ ਅਸੀਂ ਆਧੁਨਿਕ ਲੋਕਤੰਤਰ ਬੋਲਦੇ ਹਾਂ, ਉਹਦੀ ਸ਼ੁਰੂਆਤ ਨਹੀਂ ਹੋਈ ਸੀ ਉੱਥੇ। ਉੱਥੇ ਹੋਈ ਸਿੱਧੇ ਲੋਕਤੰਤਰ ਦੀ। ਪਰ ਕਈ ਵਾਰੀ ਉੱਥੇ ਇਕੱਲਾ ਲੋਕਤੰਤਰ ਸ਼ਬਦ ਲਿਖਿਆ ਕਿ ਲੋਕਤੰਤਰ ਦੀ ਸਥਾਪਨਾ ਕਿਸ ਦੇਸ਼ ਵਿੱਚ ਹੋਈ, ਉਹ ਲਿਖਾਂਗੇ ਆਪਾਂ ਏਥਨਜ਼। ਪਰ ਜੇ ਪੁੱਛ ਲਿਆ ਕਿ ਆਧੁਨਿਕ ਲੋਕਤੰਤਰ ਦੀ ਸਥਾਪਨਾ ਕਿੱਥੇ ਹੋਈ, ਆਧੁਨਿਕ ਜਿਹੜਾ ਕਿ ਅੱਜ ਚੱਲ ਰਿਹਾ ਜਿਹਨੂੰ ਆਪਾਂ ਅਸਿੱਧਾ ਬੋਲਦੇ ਹਾਂ, ਅਸਿੱਧਾ ਲੋਕਤੰਤਰ, ਠੀਕ ਹੈ। ਇਹ ਜਿਹੜਾ ਪਹਿਲਾਂ ਨਾ ਪੁਰਾਣਾ ਲੋਕਤੰਤਰ ਸੀ ਉਹ ਸਿੱਧਾ ਲੋਕਤੰਤਰ ਸੀ, ਇਨਡਾਇਰੈਕਟ ਸੀ, ਸੌਰੀ ਡਾਇਰੈਕਟ ਸੀ। ਪਰ ਜਿਹੜਾ ਅੱਜ ਦਾ ਲੋਕਤੰਤਰ ਆ ਉਹ ਇਨਡਾਇਰੈਕਟ ਹੈ। ਇਨਡਾਇਰੈਕਟ ਦਾ ਮਤਲਬ ਅਸਿੱਧਾ। ਤਾਂ ਅੱਜ ਦੇ ਆਧੁਨਿਕ ਲੋਕਤੰਤਰ ਦੀ ਸਥਾਪਨਾ ਸਭ ਤੋਂ ਪਹਿਲਾਂ ਕਿੱਥੇ ਹੋਈ, ਯੂਰਪ ਦੇ ਵਿੱਚ। ਪਰ ਜਿਹੜਾ ਸਿੱਧਾ ਲੋਕਤੰਤਰ ਸੀ ਜਿਹਨੂੰ ਆਪਾਂ ਡਾਇਰੈਕਟ ਲੋਕਤੰਤਰ ਬੋਲਦੇ ਹਾਂ, ਉਸ ਦੀ ਸਥਾਪਨਾ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ, ਏਥਨਜ਼ ਦੇ ਵਿੱਚ। ਇਹ ਚੀਜ਼ ਨੂੰ ਯਾਦ ਰੱਖ ਲਿਓ। ਹੁਣ ਤੁਸੀਂ ਸਮਝ ਗਏ ਕਿ ਸਿੱਧਾ ਲੋਕਤੰਤਰ ਕੀ ਸੀ, ਜਿਹਦੇ ਵਿੱਚ ਲੋਕਾਂ ਦੁਆਰਾ ਫੈਸਲੇ ਲਏ ਜਾਂਦੇ ਆ। ਜਿਵੇਂ ਕਿ ਅੱਜ ਕੱਲ੍ਹ ਵੀ ਸਵਿਟਜ਼ਰਲੈਂਡ 'ਚ ਇਹ ਲੋਕਤੰਤਰ ਚੱਲਦਾ ਹੈ। ਤਾਂ ਏਥਨ ਦੇ ਵਿੱਚ ਜਿਹੜਾ ਲੋਕਤੰਤਰ ਸਿੱਧਾ ਲੋਕਤੰਤਰ ਪੈਦਾ ਹੋਇਆ ਸੀ ਜਾਂ ਹੋਂਦ ਵਿੱਚ ਆਇਆ ਸੀ, ਉਹ 2500 ਸਾਲ ਪਹਿਲਾਂ ਦੀ ਗੱਲ ਸੀ। ਹੁਣ ਗੱਲ ਕਰ ਲੈਂਦੇ ਆ ਅਸਿੱਧੇ ਲੋਕਤੰਤਰ ਦੀ। ਅਸਿੱਧੇ ਲੋਕਤੰਤਰ ਦੀ, ਅਸਿੱਧਾ ਲੋਕਤੰਤਰ ਜਿਹਨੂੰ ਆਪਾਂ ਕਿ ਪ੍ਰਤੀਨਿਧੀ ਲੋਕਤੰਤਰ ਬੋਲ ਦਿੰਦੇ ਆ, ਪ੍ਰਤੀਨਿਧੀ ਲੋਕਤੰਤਰ, ਜਿਹਨੂੰ ਇੰਗਲਿਸ਼ 'ਚ ਬੋਲਦੇ ਆ ਇਨਡਾਇਰੈਕਟ ਡੈਮੋਕ੍ਰੇਸੀ। ਹੁਣ ਇਨਡਾਇਰੈਕਟ ਡੈਮੋਕ੍ਰੇਸੀ ਕੀ ਹੈ, ਸਭ ਤੋਂ ਪਹਿਲਾਂ ਇਹਦੇ ਬਾਰੇ ਦੇਖਦੇ ਹਾਂ। ਇਹਦੇ ਵਿੱਚ ਕੀ ਹੈ ਕਿ ਚੁਣੇ ਹੋਏ ਪ੍ਰਤੀਨਿਧੀ, ਚੁਣੇ ਹੋਏ ਪ੍ਰਤੀਨਿਧੀ ਕੌਣ ਹੈ, ਜਿਵੇਂ ਆਪਾਂ ਵੋਟਾਂ ਪਾ ਕੇ MLA ਚੁਣ ਲੈਂਦੇ ਹਾਂ, MP ਚੁਣ ਲੈਂਦੇ ਹਾਂ, ਉਹਨਾਂ ਨੂੰ ਬੋਲਦੇ ਆ ਚੁਣੇ ਹੋਏ ਪ੍ਰਤੀਨਿਧੀ। ਇਹਦੇ ਵਿੱਚ ਜਿਹੜੇ ਫੈਸਲੇ ਲੈਂਦੇ ਆ ਨਾ, ਜਿਹੜਾ ਜਿਹਨੂੰ ਆਧੁਨਿਕ ਲੋਕਤੰਤਰ ਵੀ ਬੋਲ ਦਿੰਦੇ ਆ ਆਪਾਂ, ਠੀਕ ਆ, ਮਾਡਰਨ ਡੈਮੋਕ੍ਰੇਸੀ ਬੋਲ ਸਕਦੇ ਹਾਂ, ਜਿਹਨੂੰ ਪ੍ਰਤੀਨਿਧੀ ਲੋਕਤੰਤਰ ਬੋਲ ਸਕਦੇ ਹਾਂ, ਜਿਹਨੂੰ ਅਸਿੱਧਾ ਲੋਕਤੰਤਰ ਬੋਲ ਸਕਦੇ ਹਾਂ, ਜਿਹਨੂੰ ਇਨਡਾਇਰੈਕਟ ਡੈਮੋਕ੍ਰੇਸੀ ਬੋਲ ਸਕਦੇ। ਇਹਦੇ 4 ਨਾਂ ਲੈ ਲਓ ਆਪਾਂ, ਹਨਾ। ਤਾਂ ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਚੁਣੇ ਹੋਏ ਪ੍ਰਤੀਨਿਧ ਜਿਨ੍ਹਾਂ ਨੂੰ MLA ਜਾਂ MP ਕਹਿੰਦੇ ਆ, ਉਹ ਫੈਸਲੇ ਕਰਦੇ ਨੇ ਇਹਦੇ ਵਿੱਚ। ਹੁਣ ਮੰਨ ਲਓ ਤੁਸੀਂ ਹਰ ਸਾਲ 5 ਸਾਲ ਬਾਅਦ ਜਿਹੜੀਆਂ ਵੋਟਾਂ ਪਾਉਂਦੇ ਹੋ, MPਆਂ ਦੀਆਂ ਵੋਟਾਂ ਵੀ ਪਾਉਂਦੇ ਹੋ, MLA ਦੀਆਂ ਵੋਟਾਂ ਵੀ ਪਾਉਂਦੇ ਹੋ। ਤਾਂ ਉਹ ਵੋਟਾਂ ਦੇ ਪਾਉਣ ਤੋਂ ਬਾਅਦ ਜਿਹੜਾ ਤੁਹਾਡੇ ਪਿੰਡ ਵਾਸਤੇ ਜਾਂ ਤੁਹਾਡੇ ਸ਼ਹਿਰ ਵਾਸਤੇ ਜਾਂ ਤੁਹਾਡੇ ਜ਼ਿਲ੍ਹੇ ਵਾਸਤੇ ਫੈਸਲੇ ਕੌਣ ਲੈਂਦਾ ਹੈ, ਜਾਂ ਤਾਂ MP ਲੈਂਦਾ ਜਾਂ MLA ਲੈਂਦਾ। ਤੁਸੀਂ ਆਪ ਤਾਂ ਨਹੀਂ ਲੈਂਦੇ। ਕਹਿਣ ਦਾ ਮਤਲਬ ਵੀ ਜਾਂ ਤਾਂ ਤੁਸੀਂ ਸਿੱਧਾ ਹੀ ਤੁਸੀਂ ਆਪ ਹੀ ਫੈਸਲੇ, ਮੰਨ ਲਓ ਕਿਸੇ ਬੰਦੇ ਨੇ ਘਰੇ ਬੈਠੇ ਨੇ ਬੋਲਤਾ, ਯਾਰ ਸਾਡੇ ਪਿੰਡ 'ਚ ਤਾਂ ਐਂ ਸਮਝੋ ਕਿ ਘਰ ਘਰ ਦੇ ਵਿੱਚ RO ਹੋਣਾ ਚਾਹੀਦਾ। ਨਹੀਂ ਹੁੰਦਾ ਭਾਈ, ਨਹੀਂ ਹੁੰਦਾ, ਕਿਉਂਕਿ ਤੁਸੀਂ ਤਾਂ ਸਿੱਧੀ ਗੱਲ ਬੋਲਤੀ, ਤੁਸੀਂ ਤਾਂ ਸਿੱਧਾ ਲੋਕਤੰਤਰ, ਜੇ ਤਾਂ ਆਹ ਲੋਕਤੰਤਰ ਹੁੰਦਾ ਪਹਿਲਾਂ ਵਾਲਾ ਸਿੱਧਾ ਲੋਕਤੰਤਰ, ਫਿਰ ਤਾਂ ਹਰੇਕ ਘਰ 'ਚ RO ਲੱਗ ਜਾਂਦਾ। ਪਰ ਹੁਣ ਜਿਹੜਾ ਲੋਕਤੰਤਰ ਆ ਉਹ ਸਿੱਧਾ ਹੈ, ਉਹ ਪ੍ਰਤੀਨਿਧੀ ਲੋਕਤੰਤਰ ਹੈ। ਜੇ MLA ਚਾਹੂ ਘਰ ਘਰ 'ਚ RO ਲੱਗੇ ਤਾਂ ਹੋ ਜਾਊਗਾ, ਜੇ MP ਚਾਹੂ ਘਰ ਘਰ 'ਚ RO ਲੱਗੇ ਤਾਂ ਹੋ ਜਾਊਗਾ। ਤਾਂ ਭਾਵ ਘਿਓ ਵਿੰਗੀ ਉਂਗਲੀ ਨਾਲ ਕੱਢਣਾ ਪਊ, ਸਿੱਧੀ ਉਂਗਲੀ ਨਾਲ ਘਿਓ ਨਿਕਲਦਾ ਨਹੀਂ। ਇਸੇ ਕਰਕੇ ਅੱਜ ਦਾ ਜਿਹੜਾ ਲੋਕਤੰਤਰ ਆ ਉਹ ਸਿੱਧਾ ਲੋਕਤੰਤਰ ਹੈ, ਭਾਵ ਪ੍ਰਤੀਨਿਧੀ ਲੋਕਤੰਤਰ ਹੈ। ਕਹਿਣ ਦਾ ਮਤਲਬ ਇਨਡਾਇਰੈਕਟ ਡੈਮੋਕ੍ਰੇਸੀ ਹੈ, ਕਹਿਣ ਦਾ ਮਤਲਬ ਆਧੁਨਿਕ ਲੋਕਤੰਤਰ ਹੈ। ਸਮਝ ਗਏ ਹੋਵੋਗੇ, ਠੀਕ ਹੈ। ਤਾਂ ਇਸ ਨੂੰ ਆਧੁਨਿਕ ਲੋਕਤੰਤਰ ਬੋਲ ਦਿੰਦੇ ਆ। ਉਦਾਹਰਨ ਦੇ ਤੌਰ ਤੇ ਇਹ ਸਭ ਤੋਂ ਪਹਿਲਾਂ ਕਿੱਥੇ ਸਟਾਰਟ ਹੋਇਆ ਸੀ, ਯੂਰਪ ਦੇ ਵਿੱਚ ਸਟਾਰਟ ਹੋਇਆ ਸੀ ਆਧੁਨਿਕ ਲੋਕਤੰਤਰ। ਜੇ ਕਿਸੇ ਨੂੰ ਸ਼ੰਕਾ ਤਾਂ ਕਮੈਂਟ ਕਰ ਦਿਓ। ਅੱਗੇ ਦੇਖਦੇ ਹਾਂ ਨੈਕਸਟ। ਹੁਣ ਜਿਹੜਾ ਅੱਜ ਦਾ ਲੋਕਤੰਤਰ ਹੈ ਜਾਂ ਲੋਕਤੰਤਰੀ ਸਰਕਾਰ ਹੁੰਦੀ ਹੈ, ਉਹਦੇ ਵਿੱਚ ਕੀ ਕੀ ਹੁੰਦਾ ਹੈ। ਲੋਕਤੰਤਰੀ ਸਰਕਾਰ ਆ, ਜਿਹੜਾ ਆਧੁਨਿਕ ਲੋਕਤੰਤਰ ਹੈ, ਉਹਨੂੰ 2 ਤਰ੍ਹਾਂ ਦੇ ਵਿੱਚ ਵੰਡ ਲੈਂਦੇ ਆਪਾਂ। 2 ਤਰ੍ਹਾਂ ਦੇ ਵਿੱਚ ਕਿਵੇਂ ਵੰਡ ਲੈਂਦੇ, ਤੇ ਦੋ ਮੁਖੀ ਹੁੰਦੇ ਆ। ਕਹਿਣ ਦਾ ਮਤਲਬ ਇਸਦੇ 2 ਮੁਖੀ ਹੁੰਦੇ ਆ। ਇਹਦੇ 2 ਮੁਖੀ ਕਿਹੜੇ ਹੁੰਦੇ ਨੇ, ਇੱਕ ਤਾਂ ਨਾਮਾਤਰ ਮੁਖੀ ਹੁੰਦਾ, ਇੱਕ ਹੁੰਦਾ ਅਸਲੀ ਮੁਖੀ। ਹੁਣ ਅਸਲੀ ਮੁਖੀ ਦੇ ਵਿੱਚ ਕੌਣ ਕੌਣ ਆ ਜਾਂਦੇ ਆ ਤੇ ਨਾਮਾਤਰ ਮੁਖੀ ਕੌਣ ਆ ਜਾਂਦੇ ਆ। ਨਾਮਾਤਰ ਮੁਖੀ 2 ਹੁੰਦੇ ਤੇ ਅਸਲੀ ਮੁਖੀ ਵੀ 2 ਹੁੰਦੇ ਆ। ਆਪਾਂ ਜੇਕਰ ਅਸਲੀ ਮੁਖੀਆਂ ਦੀ ਗੱਲ ਕਰੀਏ, ਲੋਕਤੰਤਰੀ ਜਿਹੜੀ ਸਰਕਾਰ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਡੈਮੋਕ੍ਰੇਸੀ ਗੌਰਮੈਂਟ ਹੈ ਜਿਹੜੀ, ਠੀਕ ਹੈ, ਡੈਮੋਕ੍ਰੇਸੀ ਗੌਰਮੈਂਟ,
ਜੇਕਰ ਆਪਾਂ ਇਹਦੀ ਗੱਲ ਕੀਤੀ ਜਿਹਨੂੰ ਆਪਾਂ ਬੋਲਦੇ ਹਾਂ ਲੋਕਤੰਤਰੀ ਸਰਕਾਰ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਮੁਖੀ ਹੁੰਦੇ ਆ, ਇੱਕ ਹੁੰਦਾ ਅਸਲੀ, ਇੱਕ ਹੁੰਦਾ ਨਾਮਾਤਰ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਅਸਲੀ ਮੁਖੀ। ਅਸਲੀ ਮੁਖੀ ਰਾਜ ਵਿੱਚ ਹਰੇਕ ਸਟੇਟ ਦੇ ਵਿੱਚ ਇੱਕ ਅਸਲੀ ਮੁਖੀ ਹੁੰਦਾ ਹੈ, ਕਿਉਂਕਿ ਹਰੇਕ ਸਟੇਟ ਦੀ ਆਪਣੀ ਸਰਕਾਰ ਹੁੰਦੀ ਹੈ ਨਾ। ਆਪਾਂ ਨੂੰ ਪਤਾ ਹਰਿਆਣੇ ਦੀ ਆਪਣੀ ਸਰਕਾਰ ਹੈ, ਰਾਜਸਥਾਨ ਦੀ ਆਪਣੀ ਸਰਕਾਰ ਹੈ, ਪੰਜਾਬ ਦੀ ਆਪਣੀ ਸਰਕਾਰ ਹੈ, ਉੱਤਰ ਪ੍ਰਦੇਸ਼ ਦੀ ਆਪਣੀ ਸਰਕਾਰ ਹੈ ਜੋਗੀ ਵਾਲੀ, ਠੀਕ ਹੈ। ਤਾਂ ਹਰੇਕ ਸਟੇਟ ਦੀ ਆਪਣੀ ਆਪਣੀ ਸਰਕਾਰ ਹੈ। ਤਾਂ ਹਰੇਕ ਸਟੇਟ ਦੇ ਵਿੱਚ ਜਾਂ ਹਰੇਕ ਰਾਜ ਦੇ ਵਿੱਚ ਮੁੱਖ ਮੰਤਰੀ ਹੁੰਦਾ, ਅਲੱਗ ਅਲੱਗ ਹੁੰਦਾ ਹਰੇਕ ਰਾਜ ਦਾ। ਜਿਵੇਂ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਹੈ, ਠੀਕ ਹੈ, ਪੰਜਾਬ ਦਾ ਮੁੱਖ ਮੰਤਰੀ ਚੰਨੀ ਐਟ ਟਾਈਮ। ਤਾਂ ਰਾਜ ਦਾ ਜਿਹੜਾ ਅਸਲੀ ਮੁਖੀ ਮੰਨਿਆ ਜਾਂਦਾ ਰਾਜ ਦਾ, ਉਹ ਮੁੱਖ ਮੰਤਰੀ ਹੁੰਦਾ ਹੈ, ਰਾਜ ਦਾ ਅਸਲੀ ਮੁਖੀ। ਤੇ ਜੇਕਰ ਇਹ ਪੁੱਛ ਲਿਆ ਕਿ ਰਾਜ ਦਾ ਨਾਮਾਤਰ ਮੁਖੀ ਕੌਣ ਹੁੰਦਾ ਹੈ, ਤਾਂ ਰਾਜ ਦਾ ਨਾਮਾਤਰ ਮੁਖੀ ਰਾਜਪਾਲ ਹੁੰਦਾ ਹੈ। ਕਲੀਅਰ ਹੋ ਗਿਆ। ਹੁਣ ਇੱਥੇ ਆਪਾਂ ਗੱਲ ਕਰ ਰਹੇ ਸੀ ਕਿ ਅਸਲੀ ਮੁਖੀਆਂ ਦੀ। ਅਸਲੀ ਮੁਖੀ ਰਾਜ ਦੇ ਵਿੱਚ ਅਸਲੀ ਮੁਖੀ ਕੌਣ ਹੁੰਦਾ, ਮੁੱਖ ਮੰਤਰੀ। ਤੇ ਕੇਂਦਰ ਦੇ ਵਿੱਚ ਅਸਲੀ ਮੁਖੀ ਕੌਣ ਹੁੰਦਾ, ਪ੍ਰਧਾਨ ਮੰਤਰੀ, ਜਿਵੇਂ ਕਿ ਨਰਿੰਦਰ ਮੋਦੀ। ਜੇ ਨਰਿੰਦਰ ਮੋਦੀ ਅਸਲੀ ਮੁਖੀ ਸੀ ਤਾਂ ਕਰਕੇ ਉਹਨੇ ਬਿੱਲ ਧੱਕੇ ਨਾਲ ਪੇਸ਼ ਕਰਤੇ, ਕਿਉਂਕਿ ਅਸਲੀ ਮੁਖੀ ਸੀ, ਅਸਲ ਜਿਹੜੀ ਸ਼ਕਤੀ ਸੀ ਉਹਦੇ ਕੋਲ ਸੀ, ਉਹਨੇ ਧੱਕੇ ਨਾਲ ਪੇਸ਼ ਕਰਤੇ। ਪਰ ਪੰਜਾਬੀਆਂ ਨੇ ਮਨਾ ਲਿਆ, ਫਿਰ ਵੀ ਉਹ ਗੱਲ ਬਾਤ ਦੀ ਹੈ। ਇਸੇ ਤਰ੍ਹਾਂ ਕੇਂਦਰ ਦੇ ਵਿੱਚ ਨਾਮਾਤਰ ਮੁਖੀ ਕੌਣ ਆ, ਰਾਸ਼ਟਰਪਤੀ, ਠੀਕ ਹੈ। ਹੁਣ ਰਾਸ਼ਟਰਪਤੀ ਨੂੰ ਪਤਾ ਸੀ ਵੀ ਯਾਰ ਜੇ ਬਿੱਲਾਂ ਤੇ ਸਾਈਨ ਨਾ ਕੀਤੇ, ਜੇ ਅਸੀਂ ਆਰਡੀਨੈਂਸ ਤੇ ਸਾਈਨ ਨਾ ਕੀਤੇ, ਤਾਂ ਹੋ ਸਕਦਾ ਕੱਲ੍ਹ ਨੂੰ ਜਿਹੜੀ ਸੰਸਦ ਹੈ ਮੇਰੇ ਵਿਰੁੱਧ ਮਹਾਦੋਸ਼ ਚਲਾਵੇ ਤੇ ਮੈਨੂੰ ਕੀ ਹੈ ਅਹੁਦੇ ਤੋਂ ਲਾ ਦੇ। ਕਹਿੰਦਾ ਮਤਲਬ ਇਹਦੇ ਕੋਲ ਇੰਨੀ ਸ਼ਕਤੀ ਨਹੀਂ, ਇਹ ਬਸ ਨਾਮਾਤਰ ਹੀ ਹੈ, ਇੱਕ ਰਬੜ ਦੀ ਮੋਹਰ ਹੁੰਦਾ ਹੈ ਰਾਸ਼ਟਰਪਤੀ ਕੇਂਦਰ ਦੇ ਵਿੱਚ। ਇਸੇ ਤਰ੍ਹਾਂ ਰਾਜ ਦੇ ਵਿੱਚ ਰਾਜਪਾਲ ਰਬੜ ਦੀ ਮੋਹਰ ਹੁੰਦਾ ਹੈ, ਠੀਕ ਹੈ। ਇਹ ਚੀਜ਼ ਨੂੰ ਧਿਆਨ 'ਚ ਰੱਖ ਲਿਓ। ਤਾਂ ਇੱਥੇ ਤੱਕ ਤੁਸੀਂ ਸਮਝ ਲੱਗੀ ਹੋਊ ਤੁਹਾਨੂੰ। ਨੈਕਸਟ ਚੱਲ ਅਗਲਾ ਟੌਪਿਕ। ਇੱਕ ਨੋਟ ਕਰਨ ਵਾਲੀ ਗੱਲ ਕੀ, ਥੋੜਾ ਜਿਹਾ ਧਿਆਨ 'ਚ ਰੱਖੋ। 1 ਸੈਕਿੰਡ। ਧਿਆਨ 'ਚ ਰੱਖਣ ਵਾਲੀ ਗੱਲ ਕੀ ਹੈ ਕਿ ਤੁਸੀਂ ਨੋਟ, ਤੁਹਾਡੇ ਅੱਗੇ ਨੋਟ ਲਿਖਿਆ ਹੈ ਕਿ ਨੋਟ ਕੀ, ਨੋਟ ਕੀ ਹੈ ਕਿ ਅਜਿਹਾ ਸਿਸਟਮ ਜਿਸ ਨੂੰ ਅਸੀਂ ਲੋਕਤੰਤਰੀ ਰਾਜ ਬੋਲਦੇ ਹਾਂ, ਭਾਵ ਜਿਹੜੀਆਂ ਆਪਣੀਆਂ ਉੱਪਰ ਜਿੰਨੀਆਂ ਵੀ ਗੱਲਾਂ ਆਪਾਂ ਸਿੱਖੀਆਂ, ਤਾਂ ਉਹ ਸਾਰੇ ਸਿਸਟਮ ਨੂੰ ਅਸੀਂ ਕੀ ਬੋਲਦੇ ਹਾਂ, ਲੋਕਤੰਤਰੀ ਰਾਜ ਬੋਲਦੇ ਹਾਂ, ਭਾਵ ਡੈਮੋਕ੍ਰੇਸੀ ਸਟੇਟ ਬੋਲਦੇ ਹਾਂ। ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਦੇਸ਼ ਹੈ ਉਹ ਡੈਮੋਕ੍ਰੇਸੀ ਸਟੇਟ ਹੈ, ਜਾਂ ਸਾਡੀ ਕੰਟਰੀ ਹੈ ਜਿਹੜੀ ਉਹ ਡੈਮੋਕ੍ਰੇਸੀ ਕੰਟਰੀ ਹੈ। ਵੈਸੇ ਜੇਕਰ ਸੰਵਿਧਾਨ ਦੇ ਤੌਰ ਤੇ ਲਿਖਤੀ ਤੌਰ ਤੇ ਦੇਖਿਆ ਜਾਵੇ ਤਾਂ ਹੈ, ਪਰ ਪ੍ਰੈਕਟੀਕਲ ਤੌਰ ਤੇ ਨਹੀਂ ਹੈਗੀ। ਉਹ ਮੈਂ ਆਪਦੇ ਵੱਲੋਂ ਕਹਿ ਰਿਹਾ, ਪ੍ਰੈਕਟੀਕਲ ਤੌਰ ਤੇ ਕਿਉਂ ਨਹੀਂ ਹੈਗੀ ਉਹ ਤੁਹਾਨੂੰ ਅੱਗੇ ਦੱਸੂਗਾ। ਹੁਣ ਦੇਖੋ, ਆਪਣੇ ਕੋਲ ਇੱਕ ਸ਼ਬਦ ਹੈ ਰਾਜਤੰਤਰੀ ਰਾਜ, ਜਾਂ ਰਾਜਤੰਤਰੀ ਸਰਕਾਰ ਵੀ ਕਹਿ ਸਕਦੇ ਹਾਂ। ਦੇਖੋ, ਰਾਜ ਸ਼ਬਦ ਹੈ, ਇੱਕ ਹੈ ਸਰਕਾਰ ਸ਼ਬਦ। ਇਹਦੇ ਵਿੱਚ ਫਰਕ ਕੀ ਹੈ, ਕੋਈ ਫਰਕ ਤਾਂ ਨਹੀਂ। ਹੁਣ ਆਪਾਂ ਕਹਿੰਦੇ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕਿਹਦੀ ਹੈ, ਕਾਂਗਰਸ ਦੀ। ਕਾਂਗਰਸ ਦੀ ਸਰਕਾਰ ਹੈ, ਸਰਕਾਰ ਥੋੜੀ ਆ, ਰਾਜ ਹੈ ਕਾਂਗਰਸ ਦਾ। ਯਾਰ ਤੁਸੀਂ ਭੁਲੇਖੇ 'ਚ ਪੈ ਰਹੇ ਹੋ, ਰਾਜ ਕਰੀ ਜਾਂਦੀ ਹੈ ਕਾਂਗਰਸ ਆਪਣੇ ਆਮ ਲੋਕਾਂ ਤੇ। ਕੱਲ ਨੂੰ ਇਦੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਸੀ, ਸਰਕਾਰ ਨਹੀਂ ਸੀ, ਰਾਜ ਸੀ ਉਹਨਾਂ ਦਾ, ਉਹ ਸਾਡੇ ਤੇ ਰਾਜ ਕਰ ਰਹੇ ਸੀ। ਤੁਸੀਂ ਇਹ ਗੱਲ ਸਮਝਦੇ ਹੋ, ਇਹੀ ਚੀਜ਼ ਹੈ ਕਿ ਉਹ ਰਾਜ ਕਰ ਰਹੇ ਨੇ। ਰਾਜ ਹੋਇਆ ਸ਼ਬਦ ਤੇ ਸਰਕਾਰ ਹੋਇਆ ਸ਼ਬਦ, ਇਹਨਾਂ 'ਚ ਫਰਕ ਨਹੀਂ ਹੈਗਾ ਕੋਈ। ਇਸੇ ਕਰਕੇ ਮੈਂ ਕਹਿੰਦਾ ਕਿ ਚਾਹੇ ਰਾਜਤੰਤਰੀ ਸਰਕਾਰ ਬੋਲ ਲਓ, ਚਾਹੇ ਰਾਜਤੰਤਰੀ ਰਾਜ ਬੋਲ ਲਓ। ਹੁਣ ਰਾਜਤੰਤਰੀ ਰਾਜ ਜਾਂ ਰਾਜਤੰਤਰੀ ਸਰਕਾਰ ਸ਼ਬਦ ਕੀ ਹੈ, ਇਹਦਾ ਮਤਲਬ ਕੀ ਹੈ ਕਿ ਜਿੱਥੇ ਅਹੁਦਾ ਜੱਦੀ ਹੋਵੇ, ਜਿੱਥੇ ਕੋਈ ਰਾਜਾ ਜਾਂ ਰਾਣੀ ਦੀ ਵੰਸ਼ ਵਿੱਚੋਂ ਮੁਖੀ ਬਣਦਾ ਹੋਵੇ, ਜਿੱਥੇ ਅਹੁਦਾ ਜੱਦੀ ਹੋਵੇ, ਭਾਵ ਜਿੱਥੇ ਕੋਈ ਰਾਜਾ ਜਾਂ ਰਾਣੀ ਦੀ ਵੰਸ਼ ਵਿੱਚੋਂ ਮੁਖੀ ਬਣਦਾ ਹੋਵੇ। ਹੁਣ ਜਿਵੇਂ ਆਪਣੇ ਹੋਈ ਜਾਂਦਾ ਹੈ, ਕਦੇ ਤਾਂ ਕੈਪਟਨ ਮੁੱਖ ਮੰਤਰੀ ਬਣ ਗਿਆ, ਫਿਰ ਕਹਿੰਦੇ ਆ ਕਿ ਕੈਪਟਨ ਦੇ ਘਰ ਵਾਲੀ MP ਬਣ ਗਈ, ਫਿਰ ਮੁੰਡੇ ਨੂੰ ਕਹਿੰਦੇ ਆ ਕਿ ਮੁੰਡਾ ਵੀ ਕੁਛ ਨਾ ਕੁਛ ਬਣ ਜੇ। ਇਸ ਤਰ੍ਹਾਂ ਜਿਹੜਾ ਸਿੱਧੂ ਹੈ, ਨਵਜੋਤ ਸਿੱਧੂ, ਉਹ ਆਪ MP ਬਣ ਗਿਆ, ਉਹਦੇ ਘਰ ਵਾਲੀ ਵੀ ਮੰਤਰੀ ਬਣੀ ਫਿਰਦੀ ਹੈ, ਠੀਕ ਹੈ। ਇਹ ਕੀ ਕਰੀ ਜਾਂਦੇ ਆ, ਇਹ ਆਪਣੇ ਹੀ ਵੰਸ਼ ਦੇ ਵਿੱਚੋਂ ਕੀ ਬਣਾਈ ਜਾਂਦੇ ਨੇ, ਆਪਣੇ ਹੀ ਵੰਸ਼ ਦੇ ਵਿੱਚੋਂ ਮੰਤਰੀ ਬਣਾਈ ਜਾਂਦੇ ਨੇ। ਕਹਿਣ ਦਾ ਮਤਲਬ ਇਸੇ ਨੂੰ ਰਾਜਤੰਤਰੀ ਰਾਜ ਕਹਿੰਦੇ ਆ, ਇਸੇ ਨੂੰ ਰਾਜਤੰਤਰੀ ਸਰਕਾਰ ਕਹਿੰਦੇ ਆ।
ਠੀਕ ਹੈ। ਪਰ ਹੈਗਾ ਤਾਂ ਆਪਣੇ ਦੇਸ਼ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਲੋਕਤੰਤਰੀ ਰਾਜ ਹੈ, ਪਰ ਜਿਹੜੀ ਆਹ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਇਸ ਐਗਜ਼ਾਮਪਲ ਤੋਂ ਦੇਖ ਕੇ ਤੁਹਾਨੂੰ ਲੱਗਦਾ ਕਿ ਆਪਣੇ ਲੋਕਤੰਤਰੀ ਰਾਜ ਹੈ? ਆਪਣੇ ਧੱਕੇ ਨਾਲ ਹੀ ਰਾਜਤੰਤਰੀ ਰਾਜ ਬਣਾਈ ਜਾਂਦੇ ਆ। ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਰਾਜਤੰਤਰੀ ਰਾਜ ਦਾ ਮਤਲਬ ਕੀ ਹੁੰਦਾ ਹੈ, ਰਾਜਤੰਤਰੀ ਸਰਕਾਰ ਦਾ ਮਤਲਬ ਕੀ ਹੁੰਦਾ ਹੈ, ਕਿ ਉਹਦਾ ਜੱਦੀ ਬਣ ਜਾਂਦਾ ਹੈ। ਭਾਵ ਕੋਈ ਵੀ ਰਾਜਾ ਜਾਂ ਰਾਣੀ ਆਪਣੀ ਹੀ ਵੰਸ਼ ਚੋਂ ਅੱਗੇ ਉਸ ਦੇਸ਼ ਦਾ ਜਾਂ ਉਸ ਰਾਜ ਦਾ ਮੁਖੀ ਬਣਾਉਂਦੇ ਰਹਿੰਦੇ ਨੇ, ਉਹਨੂੰ ਬੋਲਦੇ ਆ ਰਾਜਤੰਤਰੀ ਰਾਜ। ਪਰ ਲੋਕਤੰਤਰੀ ਰਾਜ ਕਿਹੜਾ ਹੁੰਦਾ ਹੈ? ਲੋਕਤੰਤਰੀ ਰਾਜ ਦੇ ਵਿੱਚ ਇਹ ਨਹੀਂ ਹੈਗਾ ਕਿ ਇੱਕ ਹੀ ਘਰ ਦੇ ਬੰਦੇ ਅੱਗੇ ਮੰਤਰੀ ਬਣੀ ਜਾਣ, ਇੱਕ ਹੀ ਘਰ ਦੇ ਬੰਦੇ ਦੇਸ਼ ਤੇ ਰਾਜ ਕਰੀ ਜਾਣ, ਹਨਾ। ਉਹ ਲੋਕਤੰਤਰੀ ਰਾਜ ਨਹੀਂ ਹੁੰਦਾ। ਲੋਕਤੰਤਰੀ ਰਾਜ ਉਹ ਹੁੰਦਾ ਕਿ ਲੋਕਾਂ ਦੀ ਸੁਣੀ ਜਾਵੇ। ਪਰ ਅੱਜ ਜਿਹੜਾ ਅਸਲੀਅਤ ਦੇ ਵਿੱਚ ਪ੍ਰੈਕਟੀਕਲੀ ਕੀ ਹੋ ਰਿਹਾ, ਉਹ ਤੁਹਾਨੂੰ ਪਤਾ, ਉਹ ਰਾਜਤੰਤਰੀ ਹੀ ਰਾਜ ਚੱਲ ਰਿਹਾ। ਠੀਕ ਹੈ, ਇਹ ਗੱਲਾਂ ਕੁਛ ਬਾਹਰਲੀਆਂ ਮੈਂ ਤੁਹਾਨੂੰ ਦੱਸੀਆਂ, ਪਰ ਤੁਹਾਨੂੰ ਸਮਝਾਉਣ ਵਾਸਤੇ ਦੱਸੀਆਂ ਨੇ। ਜਿਨ੍ਹਾਂ ਨੂੰ ਸਮਝ ਲੱਗਿਆ ਤਾਂ ਕਮੈਂਟ ਕਰ ਦਿਓ, ਜਿਨ੍ਹਾਂ ਨੂੰ ਨਹੀਂ ਸਮਝ ਲੱਗਿਆ ਤਾਂ ਡਿਸਲਾਈਕ ਕਰ ਦਿਓ। ਜਿਵੇਂ ਕਿ ਹੁਣ ਆਪਾਂ ਗੱਲ, ਜਿਹੜਾ ਰਾਜਤੰਤਰੀ ਰਾਜ ਹੈ, ਰਾਜਤੰਤਰੀ ਰਾਜ ਜਿਹੜਾ ਇਹ ਕਿੱਥੇ ਚੱਲਦਾ ਹੈ? ਇਹ ਚੱਲਦਾ ਹੈ ਇੰਗਲੈਂਡ ਵਿੱਚ। ਅੱਜ ਕੱਲ੍ਹ ਵੀ ਚੱਲਦਾ ਇੰਗਲੈਂਡ ਦੇ ਵਿੱਚ। ਠੀਕ ਹੈ, ਇੰਗਲੈਂਡ ਦੇ ਵਿੱਚ ਅੱਜ ਕੱਲ੍ਹ ਵੀ ਇਹੀ ਸਿਸਟਮ ਹੈ ਕਿ ਉੱਥੇ ਰਾਜਤੰਤਰੀ ਰਾਜ ਹੈ। ਚਲੋ ਅੱਗੇ ਦੇਖਦੇ ਹਾਂ। ਲੋਕਤੰਤਰ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਗੱਲ ਕਰ ਰਹੇ ਹਾਂ ਆਪਾਂ ਡੈਮੋਕ੍ਰੇਸੀ। ਡੈਮੋਕ੍ਰੇਸੀ ਦੀ ਇੱਕ ਵਿਸ਼ੇਸ਼ਤਾ ਕੀ ਹੈ? ਕਿ ਉੱਥੇ ਲੋਕਤੰਤਰ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ, ਲੋਕਾਂ ਦੀ ਇੱਛਾ ਹੁੰਦੀ ਹੈ। ਜਿਹੜੀ ਲੋਕਤੰਤਰੀ ਸਰਕਾਰ ਹੈ ਜਾਂ ਡੈਮੋਕ੍ਰੇਸੀ ਗਵਰਨਮੈਂਟ, ਉਹਦੇ ਵਿੱਚ ਲੋਕਾਂ ਦੀ ਇੱਛਾ ਹੁੰਦੀ ਹੈ। ਇਬਰਾਹਿਮ ਲਿੰਕਨ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਲਿਖਿਆ ਹੈ, ਉਹਦੀ ਇੱਕ ਪਰਿਭਾਸ਼ਾ ਜਿਹੜੀ ਕਿ ਡਾਇਰੈਕਟ ਪੁੱਛ ਲਈ ਜਾਂਦੀ ਹੈ ਐਗਜ਼ਾਮ ਦੇ ਵਿੱਚ, ਕਿ ਇਹ ਗੱਲ ਕਿਸ ਨੇ ਕਹੀ? ਇਹ ਗੱਲ ਕਹੀ ਹੈ ਇਬਰਾਹਿਮ ਲਿੰਕਨ ਨੇ ਸਰਕਾਰ ਬਾਰੇ, ਕਿ ਲੋਕਤੰਤਰ ਬਾਰੇ, ਕਿ ਲੋਕਤੰਤਰ ਕੀ ਹੈ ਜਾਂ ਲੋਕਤੰਤਰੀ ਸਰਕਾਰ ਕੀ ਹੈ। ਇਬਰਾਹਿਮ ਲਿੰਕਨ ਕਹਿੰਦਾ ਹੈ ਕਿ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਸਰਕਾਰ ਹੁੰਦੀ ਹੈ, ਉਸ ਨੂੰ ਕੀ ਬੋਲਦੇ ਆ? ਲੋਕਤੰਤਰ ਬੋਲਦੇ। ਇਹ ਬਹੁਤ ਵਾਰੀ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ, ਹੁਣ ਵੀ ਪੁੱਛਿਆ ਜਾ ਸਕਦਾ। ਅੱਗੇ, ਲੋਕਤੰਤਰ ਸਰਕਾਰ ਵਿੱਚ ਹੋਰ ਕੀ ਵਿਸ਼ੇਸ਼ਤਾ ਜਾਂ ਸਪੈਸੀਫਿਕੇਸ਼ਨ ਹੁੰਦੀਆਂ ਨੇ, ਜਾਂ ਉਹਦੀਆਂ ਕੀ ਆਪਾਂ ਦੇਖ ਸਕਦੇ ਹਾਂ ਮੇਨ ਫੀਚਰ? ਤਾਂ ਲੋਕਤੰਤਰ ਸਰਕਾਰ ਉਸ ਨੂੰ ਕਹਿੰਦੇ ਆ ਜਿਹਦੇ ਵਿੱਚ ਬਾਲਕ ਮਤ ਅਧਿਕਾਰ ਹੁੰਦਾ ਹੈ। ਬਾਲਕ ਵਿਆਪਕ ਮਤ ਅਧਿਕਾਰ, ਇਹਦਾ ਮਤਲਬ ਕੀ ਹੁੰਦਾ? ਕਿ 18 ਸਾਲ ਦਾ ਜਿਹੜਾ ਵੀ ਵਿਅਕਤੀ ਹੈ, ਚਾਹੇ ਕਿਸੇ ਵੀ ਧਰਮ ਹੈ, ਜਾਤ ਦਾ ਹੈ, ਚਾਹੇ ਵੱਡਾ ਚਾਹੇ ਛੋਟਾ ਹੈ, ਵੱਡਾ ਛੋਟਾ ਇਹ ਨਹੀਂ ਕਿ ਉਮਰ ਵਿੱਚ, ਚਾਹੇ ਕੱਦ 'ਚ ਗੱਲ ਹੋ ਰਹੀ ਹੈ, ਕੱਦ, ਚਾਹੇ ਆਕਾਰ, ਚਾਹੇ ਮੋਟਾ ਚਾਹੇ ਪਤਲਾ ਹੈ, ਉਹ ਬੰਦਾ ਵੋਟ ਦੇ ਸਕਦਾ ਹੈ, ਪਰ ਉਹਦੀ ਉਮਰ 18 ਸਾਲ ਹੋਵੇ। ਬਾਲਗ ਵਿਆਪਕ ਮਤ ਅਧਿਕਾਰ ਉਹਨੂੰ ਬੋਲਦੇ ਹਾਂ ਆਪਾਂ। ਲੋਕਤੰਤਰ ਦੇ ਵਿੱਚ ਇਹ ਗੱਲ ਐਕਸੈਪਟ ਕੀਤੀ ਜਾਂਦੀ ਹੈ ਕਿ ਬਾਲਗ ਮਤ ਅਧਿਕਾਰ ਦੀ ਸਾਨੂੰ ਵਿਵਸਥਾ ਦਿੱਤੀ ਜਾਂਦੀ ਹੈ, ਸਿਸਟਮ ਦਿੱਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਜਿਹਦੀ 18 ਸਾਲ ਦੀ ਉਮਰ ਹੈ, ਚਾਹੇ ਕਾਲਾ, ਗੋਰਾ, ਪੀਲਾ, ਚਿੱਟਾ ਜੋ ਵੀ ਹੈ, ਉਹ ਵੋਟ ਦੇ ਸਕਦਾ ਹੈ। ਉਸ ਨੂੰ ਅਸੀਂ, ਉਸ ਸਿਸਟਮ ਨੂੰ ਅਸੀਂ ਲੋਕਤੰਤਰੀ ਸਰਕਾਰ ਦਾ ਸਿਸਟਮ ਮੰਨਦੇ ਹਾਂ। ਇੱਥੇ ਕਾਨੂੰਨ ਦਾ ਰਾਜ ਹੁੰਦਾ ਹੈ। ਕਾਨੂੰਨ ਦਾ ਰਾਜ ਕੀ ਮਤਲਬ ਹੈ? ਚਾਹੇ ਡੀਸੀ ਹੈ, ਚਾਹੇ ਐਸਐਸਪੀ ਹੈ, ਚਾਹੇ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਵੀ ਬੰਦਾ ਹੈ, ਜੇਕਰ ਕੋਈ ਅਪਰਾਧ ਕਰੂ ਉਹਨੂੰ ਸਜ਼ਾ ਹੋਊਗੀ ਹੋਊਗੀ। ਜੇਕਰ ਕੋਈ ਗਲਤ ਕੰਮ ਕਰੂ, ਜੇਕਰ ਕੋਈ ਚੋਰੀ ਕਰੂ ਉਹਨੂੰ ਚੋਰੀ ਦੀ ਸਜ਼ਾ ਹੋਊਗੀ ਹੋਊਗੀ। ਜੇਕਰ ਧੋਖਾ ਕਰੂ ਤੇ 420 ਲੱਗੂਗੀ ਲੱਗੂਗੀ। ਉਹਨੂੰ ਅਸੀਂ ਕੀ ਬੋਲਦੇ ਹਾਂ? ਉਹਨੂੰ ਅਸੀਂ ਬੋਲਦੇ ਹਾਂ ਕਾਨੂੰਨ ਦਾ ਰਾਜ। ਪਰ ਬਾਕੀ ਸਾਡੇ ਦੇਸ਼ ਵਿੱਚ ਤੁਹਾਨੂੰ ਲੋਕਤੰਤਰ ਲੱਗਦਾ ਕਿ ਕਾਨੂੰਨ ਦਾ ਰਾਜ ਹੈ? ਵੈਸੇ ਜੇ ਤਾਂ ਤੁਸੀਂ ਸਟੱਡੀ ਕਰ ਰਹੇ ਹੋ, ਮੇਰੇ ਅਕੋਰਡਿੰਗ ਆਪਾਂ ਤਾਂ ਵੈਸੇ ਸਟੱਡੀ ਕਰ ਰਹੇ ਹਾਂ, ਪਰ ਪ੍ਰੈਕਟੀਕਲ ਗੱਲਾਂ ਤੁਹਾਨੂੰ ਮੈਂ ਦੱਸਦਾ ਰਹਿੰਦਾ ਨਾਲ ਦੀ ਨਾਲ। ਜੇਕਰ ਕਾਨੂੰਨ ਦਾ ਰਾਜ ਹੈ ਤਾਂ ਦੱਸ ਦਿਓ ਮੈਨੂੰ, ਠੀਕ ਹੈ। ਕਲਾਸ ਵਧੀਆ ਲੱਗਦੀ ਤਾਂ ਕਮੈਂਟ ਜ਼ਰੂਰ ਕਰੋ, ਤੇ ਸ਼ੇਅਰ ਇੱਕ ਸ਼ੇਅਰ ਜ਼ਰੂਰ ਕਰ ਦਿਓ, ਬਸ ਇੱਕ, ਜ਼ਿਆਦਾ ਨਹੀਂ ਮੰਗਦੇ, ਇੱਕ। ਅੱਗੇ, ਲੋਕਤੰਤਰੀ ਜਿਹੜੀ ਸਰਕਾਰ ਹੈ ਜਾਂ ਡੈਮੋਕ੍ਰੇਸੀ ਗਵਰਨਮੈਂਟ, ਇਹਦੇ ਵਿੱਚ ਹੋਰ ਕੀ ਹੁੰਦਾ? ਇਹ 'ਚ ਸਮਾਨਤਾ ਦੀ ਗੱਲ ਕੀਤੀ ਜਾਂਦੀ ਹੈ। ਭਾਵ ਜਿਹੜੀ ਡੈਮੋਕ੍ਰੇਸੀ 'ਚ ਸਾਰਿਆਂ ਨੂੰ ਸਮਾਨ ਸਮਝਿਆ ਜਾਂਦਾ ਹੈ। ਠੀਕ ਹੈ, ਊਚ ਨੀਚ ਦੀ ਕੋਈ ਗੱਲ ਨਹੀਂ, ਇਹ 'ਚ ਭੇਦਭਾਵ ਨਹੀਂ ਰੱਖਿਆ ਜਾਂਦਾ। ਠੀਕ ਹੈ, ਇਹ ਚੀਜ਼ ਯਾਦ ਰੱਖ ਲਿਓ, ਇਹ ਗੱਲ ਤੁਸੀਂ ਯਾਦ ਰੱਖ ਲਿਓ। ਅੱਗੇ, ਕਾਨੂੰਨ ਦੇ ਰਾਜ ਦਾ ਵਿਕਾਸ ਜਿਹੜਾ, ਹੁਣ ਆਪਾਂ ਕਹਿੰਦੇ ਵੀ ਆਪਣੇ ਦੇਸ਼ 'ਚ ਇੱਕ ਕਾਨੂੰਨ ਬਣੇ, ਹਰੇਕ ਬੰਦੇ ਨੇ ਸੜਕ ਦੇ ਉੱਪਰ, ਆਪਾਂ ਸੜਕ ਤੇ ਜਾਂਦੇ ਹਾਂ, ਸੜਕ ਜਾਂ ਰੋਡ ਤੇ ਜਾਂਦੇ ਹਾਂ, ਆਪਾਂ ਨੂੰ ਪਤਾ ਕਿ ਆਪਣੇ ਭਾਰਤ ਵਿੱਚ ਹਰੇਕ ਦੀ ਆਪਣੀ ਜਿਹੜੀ ਸਾਈਡ ਹੁੰਦੀ ਆ, ਉਹ ਖੱਬੇ ਪਾਸੇ ਜਾਣਾ ਹੁੰਦਾ। ਆਪਾਂ ਮੰਨ ਲਓ ਇੱਧਰ ਨੂੰ ਜਾਣਾ, ਆਪਾਂ ਖੱਬੇ ਪਾਸੇ ਜਾਵਾਂਗੇ, ਤੇ ਉਧਰੋਂ ਆਵਾਂਗੇ, ਉਧਰੋਂ ਖੱਬੇ ਪਾਸੇ ਆਵਾਂਗੇ। ਠੀਕ ਹੈ, ਉਧਰੋਂ ਆਉਣ ਵਾਲੇ ਸੱਜੇ ਪਾਸੇ ਹੋਣਗੇ। ਇੱਕ ਕਾਨੂੰਨ ਹੈ, ਜੇ ਆਪਾਂ ਗਲਤ ਸਾਈਡ ਚੱਲਾਂਗੇ ਆਪਣੇ ਤੇ ਕੀ ਹੋ ਜਾਊ? ਆਪਣਾ ਚਲਾਨ ਕੱਟਿਆ ਜਾਊ। ਚਾਹੇ ਕੋਈ ਵੀ ਹੁੰਦਾ, ਚਾਹੇ ਉਹ ਮੁੱਖ ਮੰਤਰੀ ਹੈ, ਚਾਹੇ ਉਹ ਮੁੱਖ ਮੰਤਰੀ ਹੈ, ਚਾਹੇ ਪ੍ਰਧਾਨ ਮੰਤਰੀ ਹੈ, ਉਹਨੂੰ ਕਾਨੂੰਨ ਦੀ ਗੱਲ ਮੰਨਣੀ ਪਊਗੀ। ਇਸੇ ਕਰਕੇ ਜਿਹੜਾ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਕੀ ਹੁੰਦਾ ਹੈ? ਕਾਨੂੰਨ ਦਾ ਰਾਜ ਹੁੰਦਾ ਹੈ।
ਤਾਂ ਆਪਣੇ ਇਹੀ ਸਿਸਟਮ ਹੈ ਕਿ ਆਪਣੇ ਦੇਸ਼ ਵਿੱਚ ਕਾਨੂੰਨ ਦਾ ਰਾਜ ਚੱਲਦਾ ਹੈ, ਠੀਕ ਹੈ, ਚਾਹੇ ਉਹ ਕੋਈ ਵੀ ਬੰਦਾ ਹੈ, ਉਹਨੂੰ ਸਮਾਨਤਾ ਦਿੱਤੀ ਹੈ। ਤਾਂ ਜਿਹੜਾ ਇਹ ਕਾਨੂੰਨ ਦਾ ਰਾਜ ਹੈ ਜਾਂ ਲੋਕਤੰਤਰ ਦੇ ਵਿੱਚ ਇਹ ਜਿਹਨੂੰ ਆਪਾਂ ਕਹਿੰਦੇ ਵੀ ਉਸੇ ਨੂੰ ਲੋਕਤੰਤਰ ਕਹਿੰਦੇ ਆ ਜਿਹਦੇ ਵਿੱਚ ਕਾਨੂੰਨ ਦਾ ਰਾਜ ਹੈ। ਇਹ ਸਿਸਟਮ ਪੈਦਾ ਕਦੋਂ ਹੋਇਆ ਕਾਨੂੰਨ ਦਾ ਰਾਜ ਵਾਲਾ? ਇਹ 17ਵੀਂ ਸਦੀ ਇੰਗਲੈਂਡ ਦੇ ਵਿੱਚ ਕ੍ਰਾਂਤੀ ਆਈ ਸੀ 17ਵੀਂ ਸਦੀ 'ਚ, ਉਦੋਂ ਪੈਦਾ ਹੋਇਆ, ਜਾਂ ਕਹਿ ਸਕਦੇ ਹਾਂ 18ਵੀਂ ਸਦੀ ਫਰਾਂਸ ਦੇ ਵਿੱਚ ਕ੍ਰਾਂਤੀ ਆਈ ਸੀ, ਉਦੋਂ ਇਸ ਚੀਜ਼ ਦਾ ਆਰੰਭ ਹੋਇਆ ਕਾਨੂੰਨ ਦੇ ਰਾਜ ਦਾ। ਸਮਝ ਲੱਗ ਗਈ ਹੋਊਗੀ। ਅੱਗੇ ਚੱਲਦੇ ਹਾਂ। ਅੱਗੇ ਕੀ ਹੈ? ਪ੍ਰਤੀਨਿਧੀ ਲੋਕਤੰਤਰ ਦੀ ਗੱਲ ਹੋ ਰਹੀ ਹੈ ਆਪਣੀ, ਜਿਹਨੂੰ ਆਪਾਂ ਇਨਡਾਇਰੈਕਟ ਲੋਕਤੰਤਰ ਬੋਲਦੇ ਹਾਂ। ਇਨਡਾਇਰੈਕਟ ਲੋਕਤੰਤਰ, ਜਿਹਨੂੰ ਆਪਾਂ ਬੋਲਦੇ ਹਾਂ ਸਿੱਧਾ ਲੋਕਤੰਤਰ। ਜਿਹੜਾ ਪ੍ਰਤੀਨਿਧੀ ਲੋਕਤੰਤਰ ਹੈ, ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਸਰਕਾਰ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲ ਜਾਂਦੇ ਆ। ਪ੍ਰਤੀਨਿਧੀ ਜਿਹੜਾ ਅੱਜ ਦਾ ਲੋਕਤੰਤਰ ਹੈ, ਜਿਹਨੂੰ ਆਪਾਂ ਪ੍ਰਤੀਨਿਧੀ ਨੂੰ ਅੱਜ ਦਾ ਲੋਕਤੰਤਰ ਬੋਲ ਸਕਦੇ ਹਾਂ। ਅੱਜ ਦਾ ਲੋਕਤੰਤਰ ਦਾ ਮਤਲਬ ਆਧੁਨਿਕ ਡੈਮੋਕ੍ਰੇਸੀ ਬੋਲ ਸਕਦੇ ਹਾਂ। ਤਾਂ ਇਹਦੇ ਵਿੱਚ ਸਰਕਾਰ ਦੇ ਵੱਖ-ਵੱਖ ਰੂਪ ਮਿਲ ਜਾਂਦੇ। ਵੱਖ-ਵੱਖ ਰੂਪ ਦਾ ਕਹਿਣ ਦਾ ਮਤਲਬ ਵੀ ਸਰਕਾਰ ਦੇ ਮੁੱਖ ਤੌਰ ਤੇ 2 ਰੂਪ ਮਿਲਦੇ ਆ ਇਹਦੇ ਵਿੱਚ ਆਪਾਂ ਨੂੰ। ਕਿੰਨੇ ਮਿਲਦੇ ਆ? ਮੁੱਖ ਤੌਰ ਤੇ 2 ਰੂਪ। ਉਹ 2 ਰੂਪ ਕਿਹੜੇ ਨੇ? ਦੇਖੋ, ਉਹ 2 ਰੂਪਾਂ ਦੇ ਵਿੱਚ ਕੀ ਆ ਜਾਂਦਾ? ਇੱਕ ਤਾਂ ਆ ਜਾਂਦਾ ਪਹਿਲਾ ਰੂਪ ਕੀ ਹੈ ਕਿ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਆਪਸੀ ਸੰਬੰਧਾਂ ਤੇ ਨਿਰਭਰ ਕਰਦੀ ਹੈ ਇੱਕ ਸਰਕਾਰ ਤਾਂ। ਲੋਕਤੰਤਰੀ ਸਰਕਾਰ ਦਾ, ਜਿਹੜੀ ਅੱਜ ਦੀ ਲੋਕਤੰਤਰੀ ਸਰਕਾਰ ਹੈ ਜਾਂ ਆਧੁਨਿਕ ਲੋਕਤੰਤਰ ਹੈ, ਉਹਦਾ ਇੱਕ ਰੂਪ ਤਾਂ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਆਪਸੀ ਪਰ ਕਰਦਾ। ਜਿਹੜਾ ਉਹਦਾ ਦੂਜਾ ਰੂਪ ਹੈ, ਉਹ ਹੈ ਕੇਂਦਰ ਅਤੇ ਰਾਜ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਤੇ ਆਧਾਰਿਤ ਹੁੰਦਾ ਹੈ। ਪਹਿਲਾਂ ਆਪਾਂ ਗੱਲ ਕਰਦੇ ਹਾਂ ਆਹ ਰੂਪ ਦੀ, ਜਿਹੜਾ ਊੜੇ ਵਾਲਾ। ਇਹਦੇ ਵਿੱਚ ਵੀ ਅੱਗੇ 2 ਪਾਰਟ 'ਚ ਵੰਡ ਲੈਨੇ ਆ ਇਹਨੂੰ ਆਪਾਂ, ਇਸ ਰੂਪ ਨੂੰ। ਸਰਕਾਰ ਦੀ ਜਿਹੜੀ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੀ ਆਪਸੀ ਮਿਲੀ ਜੁਲੀ ਸਰਕਾਰ ਹੁੰਦੀ ਹੈ, ਜਾਂ ਆਪਸੀ ਮਿਲਿਆ ਜਿਹੜਾ ਲੋਕਤੰਤਰ ਹੁੰਦਾ, ਇਹਨੂੰ ਅੱਗੇ 2 ਰੂਪਾਂ ਵਿੱਚ ਵੰਡ ਲੈਨੇ। ਇਹਦੇ ਵਿੱਚ ਪਹਿਲਾ ਰੂਪ ਕੀ ਹੈ? ਥੋੜਾ ਇਹ ਦੇਖੋ, 1 ਸੈਕਿੰਡ। ਇਹਦੇ ਵਿੱਚ ਪਹਿਲਾ ਰੂਪ ਕੀ ਹੈ? ਇਹ ਦੇਖੋ ਥੋੜਾ। ਪਹਿਲਾ ਰੂਪ ਕੀ ਹੈ? ਇਹਦੇ ਵਿੱਚ ਸੰਸਦੀ ਸਰਕਾਰ ਆ ਜਾਂਦੀ ਹੈ, ਜਿਹਨੂੰ ਆਪਾਂ ਬੋਲਦੇ ਹਾਂ ਸੰਸਦਾਤਮਕ ਸਰਕਾਰ। ਹੁਣ ਜਿਹੜੀ ਸੰਸਦੀ ਸਰਕਾਰ ਹੈ ਜਾਂ ਸੰਸਦਾਤਮਕ ਸਰਕਾਰ ਹੈ, ਅਸਲ ਦੇ ਵਿੱਚ ਇਹ ਕੀ ਹੈ? ਦੇਖੋ, ਸੰਸਦਾਤਮਕ ਸਰਕਾਰ ਦੇ ਵਿੱਚ ਕੀ ਆ ਜਾਂਦਾ ਹੈ? ਆਪਾਂ ਨੂੰ ਪਤਾ ਪਾਰਲੀਮੈਂਟਰੀ ਗਵਰਨਮੈਂਟ ਵੀ ਬੋਲਦੇ ਆ ਇਹਨੂੰ, ਇੰਗਲਿਸ਼ 'ਚ ਕੀ ਬੋਲਦੇ ਆ? ਪਾਰਲੀਮੈਂਟ ਗਵਰਨਮੈਂਟ ਬੋਲ ਸਕਦੇ ਆ, ਠੀਕ ਹੈ, ਇਸ ਚੀਜ਼ ਨੂੰ, ਜਿਹੜੀ ਸੰਸਦਾਤਮਕ ਸਰਕਾਰ ਹੈ। ਹੁਣ ਸੰਸਦਾਤਮਕ ਸਰਕਾਰ ਕੀ ਹੁੰਦੀ? ਇਹਦੇ ਵਿੱਚ ਕੀ ਹੁੰਦਾ? ਜਿਹੜੇ ਸੰਸਦ ਹੁੰਦੇ ਨੇ, ਭਾਵ ਜਿਹੜੀ ਸੰਸਦ ਹੈ, ਸੰਸਦ ਭਾਵ ਵਿਧਾਨਪਾਲਿਕਾ ਕੋਲ ਵਧੇਰੇ ਸ਼ਕਤੀ ਹੁੰਦੀ ਹੈ। ਜਿਹੜੇ ਸੰਸਦ ਉਹ ਕਿੰਨੇ ਹੁੰਦੇ ਨੇ ਸੰਸਦ ਦੇ ਵਿੱਚ, ਜਾਂ ਪਾਰਲੀਮੈਂਟ ਵਾਲੇ ਕਿੰਨੇ ਹੁੰਦੇ ਮੈਂਬਰ? ਉਹ ਹੁੰਦੇ ਨੇ 543 45 ਤਾਂ ਜਿਹੜੇ ਕੀ 'ਚ ਹੁੰਦੇ ਨੇ? ਲੋਕ ਸਭਾ 'ਚ। 245 ਕੀ 'ਚ ਹੁੰਦੇ ਆ? ਰਾਜ ਸਭਾ। ਇਹ ਸਾਰੇ ਕੀ ਹੁੰਦੇ? ਪਾਰਲੀਮੈਂਟ ਹੁੰਦੇ ਨੇ, ਜਾਂ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਇਹਨਾਂ ਨੂੰ ਸੰਸਦ ਕਹਿ ਦਿੰਦੇ ਆ, ਜਾਂ ਇਹਨਾਂ ਨੂੰ ਵਿਧਾਨਪਾਲਿਕਾ ਬੋਲ ਦਿੰਦੇ ਆ, ਕਿਉਂਕਿ ਇਹ ਬਿੱਲ ਬਣਾਉਂਦੇ ਆ। ਵਿਧਾਨ ਦਾ ਮਤਲਬ ਹੁੰਦਾ ਬਿੱਲ ਬਣਾਉਣਾ। ਤਾਂ ਜਿਹੜੀ ਸੰਸਦੀ ਸਰਕਾਰ ਹੁੰਦੀ ਹੈ ਨਾ, ਸੰਸਦਾਤਮਕ ਸਰਕਾਰ ਹੁੰਦੀ ਹੈ, ਉਹਦੇ ਵਿੱਚ ਸਭ ਤੋਂ ਜ਼ਿਆਦਾ ਸ਼ਕਤੀ ਕਿਹਦੇ ਕੋਲੇ ਹੁੰਦੀ ਹੈ? ਵਿਧਾਨਪਾਲਿਕਾਂ ਕੋਲ ਜਾਂ ਸੰਸਦਾਂ ਕੋਲ ਹੁੰਦੀ ਹੈ। ਆਪਾਂ ਇਹ ਗੱਲ ਬੋਲ ਸਕਦੇ ਹਾਂ, ਉਸੇ ਸਰਕਾਰ ਨੂੰ ਅਸੀਂ ਸੰਸਦੀ ਸਰਕਾਰ ਕਹਿੰਦੇ ਹਾਂ। ਹੁਣ ਆਪਾਂ ਨੂੰ ਪਤਾ ਕਿ ਹੁਣ ਧੱਕੇ ਨਾਲ ਹੀ ਜਿਹੜਾ ਆਰਡੀਨੈਂਸ ਸਾਡੇ ਤੇ ਜਾਰੀ ਹੋ ਗਏ ਸੀ, ਕਿਉਂਕਿ ਸ਼ਕਤੀ ਕਿਹਦੇ ਕੋਲੇ ਸੀ? ਸੰਸਦ ਕੋਲੇ ਸੀ। ਸ਼ਕਤੀ ਕਿਹਦੇ ਕੋਲੇ ਸੀ? ਵਿਧਾਨਪਾਲਿਕਾ ਕੋਲ ਸੀ। ਵਿਧਾਨਪਾਲਿਕਾ ਕੌਣ ਹੁੰਦੇ ਆ? ਜਿਹੜੇ ਬਿੱਲ ਬਣਾਉਣ ਵਾਲੇ ਹੁੰਦੇ ਆ। ਇਹਦੇ ਵਿੱਚ ਰਾਸ਼ਟਰਪਤੀ ਨਾਮਾਤਰ ਮੁਖੀ ਹੁੰਦਾ ਹੈ। ਰਾਸ਼ਟਰਪਤੀ ਦੀ ਸੁਣੀ ਨਹੀਂ ਗਈ ਸੀ। ਆਪਾਂ ਨੂੰ ਪਤਾ ਨਾ, ਰਾਸ਼ਟਰਪਤੀ ਤੋਂ ਕਹਿੰਦੇ ਵੀ ਸਾਈਨ ਕਰਦੇ, ਰਾਸ਼ਟਰਪਤੀ ਨੇ ਚੁੱਪ ਕਰਕੇ ਸਾਈਨ ਕਰਤੇ, ਕਾਲੇ ਬਿੱਲ ਕਿਸਾਨਾਂ ਦੇ ਵਿਰੁੱਧ ਪਾਸ ਹੋ ਗਏ ਸੀ। ਤਾਂ ਇਹਦੇ ਵਿੱਚ ਜਿਹੜੀ ਸੰਸਦਾਤਮਕ ਸਰਕਾਰ ਹੈ, ਇਹਦੇ ਵਿੱਚ ਕੀ ਹੁੰਦਾ ਕਿ ਰਾਸ਼ਟਰਪਤੀ ਨਾਮਾਤਰ ਮੁਖੀ ਦਾ, ਅਸਲੀ ਮੁਖੀ ਕੌਣ ਹੁੰਦਾ? ਪ੍ਰਧਾਨ ਮੰਤਰੀ। ਜਿਵੇਂ ਕਿ ਮੋਦੀ ਅਸਲੀ ਮੁਖੀ ਸੀ, ਉਹਨੇ ਕਹਿਤਾ ਭਾਈ ਇਹ ਬਿੱਲ ਪਾਸ ਹੋਣੇ ਚਾਹੀਦੇ ਆ ਕਿਸਾਨਾਂ ਦੇ ਵਿਰੁੱਧ, ਤਾਂ ਉਹਨੇ ਕਰਾਤੇ। ਤਾਂ ਕਿਉਂਕਿ ਅਸਲੀ ਮੁਖੀ ਉਹ ਸੀ, ਤੇ ਨਕਲੀ ਮੁਖੀ ਜਿਹਨੂੰ ਆਪਾਂ ਨਾਮਾਤਰ ਮੁਖੀ ਕਹਿੰਦੇ ਆ, ਉਹ ਕੌਣ ਸੀ? ਰਾਸ਼ਟਰਪਤੀ। ਤਾਂ ਹੁਣ ਤੁਸੀਂ ਸਮਝ ਗਏ ਕਿ ਆਪਣੇ ਦੇਸ਼ 'ਚ ਕਿਹੜੀ ਸਰਕਾਰ ਹੈ? ਆਪਣੇ ਦੇਸ਼ 'ਚ ਹੈ ਸੰਸਦਾਤਮਕ ਸਰਕਾਰ। ਆਪਣੇ ਦੇਸ਼ 'ਚ ਕਿਹੜੀ ਗਵਰਨਮੈਂਟ ਹੈ? ਪਾਰਲੀਮੈਂਟ ਗਵਰਨਮੈਂਟ ਹੈ। ਪਾਰਲੀਮੈਂਟ ਗਵਰਨਮੈਂਟ ਹੈ, ਪਾਰਲੀਮੈਂਟਰੀ ਗਵਰਨਮੈਂਟ ਇਸ ਨੂੰ ਬੋਲ ਸਕਦੇ ਹਾਂ। ਹੋਰ ਇਸ ਦੀ ਸਪੈਸੀਫਿਕੇਸ਼ਨ ਕੀ ਹੈ ਕਿ ਭਾਰਤ ਤੇ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਦੀ ਮਿਲਦੀ ਹੈ। ਭਾਰਤ ਵਿੱਚ ਤਾਂ ਹੁਣ ਦੱਸ ਹੀ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਭਾਰਤ ਵਿੱਚ ਕਿਹੜੀ ਸਰਕਾਰ ਹੈ, ਕਦੇ ਤੁਸੀਂ ਭੁੱਲਦੇ ਨਹੀਂ ਕਿ ਸੰਸਦਾਤਮਕ ਸਰਕਾਰ ਹੈ। ਇੰਗਲੈਂਡ ਦੇ ਵਿੱਚ ਵੀ ਇਹੋ ਜਿਹੀ ਸਰਕਾਰ ਹੈ, ਸੰਸਦਾਤਮਕ।
ਅੱਗੇ ਆਪਣਾ ਇਹ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਜਿਹੜੇ ਆਪਸੀ ਨਿਰਭਰ ਤੇ ਜਿਹੜੀ ਇੱਕ ਹੋਰ ਸਰਕਾਰ ਕਿਹੜੀ ਹੁੰਦੀ ਹੈ, ਉਹ ਹੁੰਦੀ ਹੈ ਪ੍ਰਧਾਨਾਤਮਕ ਸਰਕਾਰ। ਹੁਣ ਪ੍ਰਧਾਨਾਤਮਕ ਸਰਕਾਰ ਬਾਰੇ ਥੋੜਾ ਜਿਹਾ ਦੇਖੋ, ਇਹਦੇ ਵਿੱਚ ਨਾ ਉਲਟ ਹੁੰਦਾ ਥੋੜਾ ਜਿਹਾ। ਇਹਦੇ ਵਿੱਚ ਉਲਟ ਕਿਵੇਂ ਹੁੰਦਾ ਕਿ ਰਾਸ਼ਟਰਪਤੀ ਅਸਲੀ ਮੁਖੀ ਹੁੰਦਾ ਹੈ। ਇੱਥੇ ਜਿਹੜਾ ਕੁਝ ਰਾਸ਼ਟਰਪਤੀ ਚਾਹੂ ਉਹ ਹੋਊਗਾ। ਪ੍ਰਧਾਨਾਤਮਕ ਸਰਕਾਰ ਦੇ ਵਿੱਚ ਬਹੁਤ ਸਾਰੇ ਸੋਚਦੇ ਕਿ ਪ੍ਰਧਾਨ ਮੰਤਰੀ ਮੁਖੀ ਅਸਲੀ ਮੁਖੀ ਨਹੀਂ। ਇਹਦੇ ਵਿੱਚ ਪ੍ਰਧਾਨਾਤਮਕ ਸਰਕਾਰ ਦੇ ਵਿੱਚ ਰਾਸ਼ਟਰਪਤੀ ਅਸਲੀ ਮੁਖੀ ਹੋਊਗਾ। ਜਿਹੜਾ ਰਾਸ਼ਟਰਪਤੀ ਹੋਊਗਾ ਉਹ ਲੋਕਾਂ ਦੁਆਰਾ ਸਿੱਧੇ ਤੌਰ ਤੇ ਚੁਣਿਆ ਜਾਂਦਾ ਹੈ, ਸਿੱਧੇ ਤੌਰ ਤੇ। ਔਰ ਭਾਰਤ ਦਾ ਜਿਹੜਾ ਰਾਸ਼ਟਰਪਤੀ ਆਪਾਂ ਅੱਜ ਕੱਲ ਰਾਮਨਾਥ ਕੋਵਿੰਦ, ਤਾਂ ਜਿਹੜਾ ਉਹ ਰਾਸ਼ਟਰਪਤੀ ਹੈ, ਤਾਂ ਜਿਹੜੀ ਪ੍ਰਧਾਨਾਤਮਕ ਸਰਕਾਰ ਦਾ ਰਾਸ਼ਟਰਪਤੀ ਹੋਊਗਾ, ਅੱਜ ਦਾ ਜਿਹੜਾ ਆਪਣਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਆ, ਉਹ ਤਾਂ ਸੰਸਦਾਤਮਕ ਸਰਕਾਰ ਦਾ ਰਾਸ਼ਟਰਪਤੀ ਹੈ। ਤਾਂ ਉਹਦੇ ਕੋਲੇ ਸ਼ਕਤੀ ਕੀ ਹੈ, ਨਾ ਮਾਤਰ ਹੈ। ਇੱਧਰ ਆਪਾਂ ਪੜ੍ਹਿਆ ਸੀ। ਪਰ ਜਿਹੜਾ ਪ੍ਰਧਾਨਾਤਮਕ ਸਰਕਾਰ ਦਾ ਰਾਸ਼ਟਰਪਤੀ, ਉਹਦੇ ਕੋਲੇ ਸ਼ਕਤੀ ਜ਼ਿਆਦਾ ਹੁੰਦੀ ਹੈ ਇਹਦੇ ਨਾਲੋਂ, ਰਾਮਨਾਥ ਕੋਵਿੰਦ ਨਾਲੋਂ। ਕਹਿਣ ਦਾ ਮਤਲਬ ਇੱਥੇ ਮੈਂ ਇਹੀ ਲਿਖਿਆ ਕਿ ਭਾਰਤ ਦੇ ਰਾਸ਼ਟਰਪਤੀ ਨਾਲੋਂ ਜਾਂ ਉਹਦੇ ਮੁਕਾਬਲੇ ਸ਼ਕਤੀ ਜ਼ਿਆਦਾ ਹੁੰਦੀ ਹੈ। ਕਿਹੜੇ ਰਾਸ਼ਟਰਪਤੀ ਕੋਲੇ, ਜਿਹੜੇ ਦੇਸ਼ 'ਚ ਕਿਹੜੀ ਸਰਕਾਰ ਹੁੰਦੀ ਹੈ, ਪ੍ਰਧਾਨਾਤਮਕ ਸਰਕਾਰ ਹੁੰਦੀ ਹੈ। ਹੁਣ ਆਪਾਂ ਨੂੰ ਪਤਾ ਕਿ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ ਬਾਈਡਨ ਕੋਲੇ ਸ਼ਕਤੀ ਜ਼ਿਆਦਾ ਕਿਹਦੇ ਨਾਲੋਂ, ਆਪਣੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲੋਂ। ਕਿਉਂ ਜ਼ਿਆਦਾ? ਕਿਉਂਕਿ ਉੱਥੇ ਪ੍ਰਧਾਨਾਤਮਕ ਸਰਕਾਰ ਹੈ, ਕਿਉਂਕਿ ਉੱਥੋਂ ਦਾ ਰਾਸ਼ਟਰਪਤੀ ਲੋਕਾਂ ਦੁਆਰਾ ਚੁਣਿਆ ਗਿਆ ਹੈ। ਉੱਥੋਂ ਦਾ ਰਾਸ਼ਟਰਪਤੀ ਅਸਲੀ ਮੁਖੀ ਹੈ। ਉੱਥੇ ਜਿਹੜੀ ਸਰਕਾਰ ਪ੍ਰਧਾਨਾਤਮਕ ਹੈ, ਇਸੇ ਕਰਕੇ ਸਾਰਾ ਸਿਸਟਮ ਉੱਥੇ ਬਦਲਿਆ ਹੋਇਆ। ਸਮਝ ਲੱਗੀ? ਸਮਝ ਨਹੀਂ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਓ। ਅੱਗੇ ਦੇਖਦੇ ਹਾਂ ਨੈਕਸਟ। ਅੱਗੇ ਬਾਕੀ ਆਪਣੀਆਂ ਸਾਰੀਆਂ ਕਲਾਸਾਂ ਐਪ ਉੱਪਰ ਚੱਲਦੀਆਂ, ਠੀਕ ਹੈ। ਐਪ MSW ਸਟੱਡੀ ਨੂੰ ਡਾਊਨਲੋਡ ਕਰ ਲਿਓ। ਉੱਥੇ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਥਿਓਰੀ ਕਲਾਸਾਂ ਤੁਹਾਨੂੰ ਜਾਣਗੀਆਂ ਇਹ ਪੇਡ ਕੋਰਸ ਦੇ ਵਿੱਚ। ਅਗਲਾ ਟੌਪਿਕ ਆਪਣਾ ਕੀ ਹੈ, ਉਹ ਵੀ ਆਪਾਂ ਕਲੀਅਰ ਕਰ ਲਿਆ। ਸਰਕਾਰ ਦੇ ਤੌਰ ਤੇ ਜੇ ਆਪਾਂ ਗੱਲ ਕੀਤੀ ਜਾਵੇ, ਜਿਹੜਾ ਆਪਣਾ ਦੂਜੇ ਨੰਬਰ ਦਾ ਜਿਹੜਾ ਆਪਣਾ ਸਰਕਾਰ ਦਾ ਰੂਪ ਸੀ, ਆਪਾਂ ਦੇਖਿਆ ਕਿ ਸਰਕਾਰ ਦੇ ਮੁੱਖ ਤੌਰ ਤੇ ਦੋ ਰੂਪ ਨੇ। ਜਿਹੜਾ ਆਪਾਂ ਦੂਜੇ ਨੰਬਰ ਦਾ ਸਰਕਾਰ ਦਾ ਰੂਪ ਦੇਖਣਾ, ਕਿਹੜਾ ਰੂਪ ਆ ਉਸ ਬਾਰੇ ਗੱਲ ਕਰ। ਦੂਜੇ ਨੰਬਰ ਦਾ ਜਿਹੜਾ ਸਰਕਾਰ ਦਾ ਰੂਪ ਹੈ, ਠੀਕ ਹੈ, ਉਹ ਹੈ ਕੇਂਦਰ ਤੇ ਰਾਜ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਦੇ ਆਧਾਰ ਤੇ, ਠੀਕ ਹੈ। ਭਾਵ ਜਿਹੜੀ ਪਾਵਰ ਹੈ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਕੀਤਾ ਜਾਂਦਾ। ਇਸ ਆਧਾਰ ਤੇ ਦੋ ਤਰ੍ਹਾਂ ਦੀ ਸਰਕਾਰ ਆਪਾਂ ਨੂੰ ਦੇਖਣ ਨੂੰ ਮਿਲਦੀ। ਇੱਕ ਮਿਲਦੀ ਹੈ ਸੰਘਾਤਮਕ ਸਰਕਾਰ, ਇੱਕ ਮਿਲਦੀ ਹੈ ਅਕਾਤਮਕ ਸਰਕਾਰ। ਹੁਣ ਤੁਸੀਂ ਇਹ ਪੰਗੇ 'ਚ ਪੈ ਗਏ ਹੋਵੋਗੇ ਕਿ ਭਾਰਤ ਵਿੱਚ ਕਿਹੜੀ ਸਰਕਾਰ ਹੈ, ਭਾਰਤ ਵਿੱਚ ਸੰਘਾਤਮਕ ਹੈ ਜਾਂ ਇਕਾਤਮਕ। ਜਿਹੜਾ ਪਹਿਲਾਂ ਵਾਲਾ ਟਾਈਪ ਸੀ ਉਹ ਤੁਸੀਂ ਸਮਝ ਗਏ ਕਿ ਭਾਰਤ ਵਿੱਚ ਕਿਹੜੀ ਸਰਕਾਰ ਹੈ, ਪ੍ਰਧਾਨਾਤਮਕ ਦੇਖੀ ਸੀ ਇੱਕ ਆਪਾਂ, ਇੱਕ ਜਿਹੜੀ ਦੂਸਰੀ ਤੁਸੀਂ ਪੜ੍ਹੀ ਹੈ। ਹੁਣ ਇੱਥੇ ਜਿਹੜੀ ਆਹ ਟਾਈਪ ਹੈ, ਇਹਦੇ ਵਿੱਚ ਵੀ ਅੱਗੇ ਦੋ ਤਰ੍ਹਾਂ ਦੀ ਸਰਕਾਰ ਆ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਵੀ ਅੱਗੇ ਕਿੰਨੇ ਤਰ੍ਹਾਂ ਦੀ ਸਰਕਾਰ ਆ ਜਾਂਦੀ ਹੈ, ਦੋ ਤਰ੍ਹਾਂ ਦੀ ਸਰਕਾਰ ਆ ਜਾਂਦੀ ਹੈ। 1 ਸੈਕਿੰਡ ਵੇਟ। ਇਹਦੇ ਵਿੱਚ ਵੀ ਅੱਗੇ ਕਿੰਨੇ ਤਰ੍ਹਾਂ ਦੀ ਆ ਜਾਂਦੀ ਹੈ, ਦੋ ਤਰ੍ਹਾਂ ਦੀ ਸਰਕਾਰ ਆ ਜਾਂਦੀ ਹੈ। ਹੁਣ ਉਹ ਦੋ ਤਰ੍ਹਾਂ ਦੀ ਸਰਕਾਰ ਕਿਹੜੀ ਹੈ, ਉਹਦੇ ਆਪਾਂ ਇੱਕ ਵਾਰੀ ਕੰਪਲੀਟ, ਔਰ ਜਿਸ ਨੂੰ ਆਪਾਂ ਬੋਲਾਂਗੇ ਸੰਘਾਤਮਕ ਸਰਕਾਰ ਜਾਂ ਇਕਾਤਮਕ ਸਰਕਾਰ। ਹੁਣ ਸਭ ਤੋਂ ਪਹਿਲਾਂ ਆਪਾਂ ਜਾਂਚ ਕਰਦੇ ਹਾਂ ਸੰਘਾਤਮਕ ਸਰਕਾਰ ਕੀ ਹੈ, ਜਿਹਨੂੰ ਆਪਾਂ ਇੰਗਲਿਸ਼ 'ਚ ਬੋਲਦੇ ਹਾਂ ਫੈਡਰਲਿਜ਼ਮ, ਠੀਕ ਹੈ। ਹੁਣ ਫੈਡਰਲਿਜ਼ਮ ਦੀ ਗੱਲ ਕਰ ਲਈਏ ਤਾਂ ਇਹ ਕਿਹੜੀ ਸਰਕਾਰ ਹੈ, ਇਸ ਦੇ ਵਿੱਚ ਕੀ ਹੁੰਦਾ ਹੈ, ਸੰਘਾਤਮਕ ਸਰਕਾਰ ਦੇ ਵਿੱਚ ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ। ਜਿਵੇਂ ਕਿ ਆਪਾਂ ਨੂੰ ਤਾਂ ਪੰਜਾਬ ਦੀ ਆਪਣੀ ਸਰਕਾਰ ਹੈ, ਰਾਜਸਥਾਨ ਦੀ ਆਪਣੀ ਸਰਕਾਰ ਹੈ, ਹਰਿਆਣੇ ਦੀ ਆਪਣੀ ਸਰਕਾਰ ਹੈ, ਜੰਮੂ ਕਸ਼ਮੀਰ ਦੀ ਆਪਣੀ ਸਰਕਾਰ ਹੈ, ਹਿਮਾਚਲ ਦੀ ਆਪਣੀ ਸਰਕਾਰ ਹੈ, ਉੱਤਰਾਖੰਡ ਦੀ ਆਪਣੀ ਸਰਕਾਰ ਹੈ, ਉੱਤਰ ਪ੍ਰਦੇਸ਼ ਦੀ ਆਪਣੀ ਸਰਕਾਰ। ਹਰੇਕ ਰਾਜ ਦੀ ਆਪਣੀ ਆਪਣੀ ਸਰਕਾਰ ਹੁੰਦੀ ਹੈ, ਉਸਨੂੰ ਆਪਾਂ ਸੰਘਾਤਮਕ ਸਰਕਾਰ ਬੋਲਦੇ। ਕੀ ਸਾਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਸੰਘਾਤਮਕ ਸਰਕਾਰ ਹੈ? ਬਿਲਕੁਲ ਸਹੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਮੰਨ ਲਏ। ਇੱਥੇ ਸੰਘਾਤਮਕ ਸਰਕਾਰ ਜਿਹੜਾ ਸੰਵਿਧਾਨ ਉਹ ਲਿਖਤੀ ਤੇ ਕਠੋਰ ਹੁੰਦਾ ਹੈ, ਇਹ ਗੱਲ ਵੀ ਸਹੀ ਹੈ। ਆਪਣੇ ਦੇਸ਼ ਦਾ ਸੰਵਿਧਾਨ ਲਿਖਤੀ ਤੇ ਕਠੋਰ ਹੈ, ਹਰੇਕ ਰਾਜ ਦੀ ਆਪੋ ਆਪਣੀ ਸਰਕਾਰ ਹੈ, ਤੇ ਇਸੇ ਕਰਕੇ ਸਾਡੇ ਦੇਸ਼ ਵਿੱਚ ਕਿਹੜੀ ਸਰਕਾਰ ਹੈ, ਸੰਘਾਤਮਕ ਸਰਕਾਰ ਹੈ ਜਾਂ ਫੈਡਰਲਿਜ਼ਮ ਢਾਂਚਾ ਹੈ। ਦੂਸਰੇ ਪਾਸੇ ਕੇਂਦਰ ਤੇ ਰਾਜਾਂ ਦੇ ਸਰਕਾਰ ਦੀ ਜਿਹੜੀਆਂ ਸ਼ਕਤੀਆਂ ਦੇ ਵੰਡ ਦੇ ਆਧਾਰ ਤੇ ਇੱਕ ਹੋਰ ਸਰਕਾਰ ਹੁੰਦੀ ਹੈ, ਜਿਹਨੂੰ ਇਕਾਤਮਕ ਸਰਕਾਰ ਬੋਲਦੇ ਆ। ਇਸ ਨੂੰ ਜਾਣਨ ਤੋਂ ਪਹਿਲਾਂ ਆਪਾਂ ਇੱਕ ਚੀਜ਼ ਸੋਚ ਲਈਏ ਕਿ ਜਿਹੜੀ ਆ ਸੰਘਾਤਮਕ ਸਰਕਾਰ ਹੈ, ਇਹਦੇ ਵਿੱਚ ਸ਼ਕਤੀਆਂ ਦੀ ਵੰਡ
ਰਾਜਾਂ ਤੇ ਸਟੇਟਾਂ ਦੇ ਵਿੱਚ ਅਲੱਗ-ਅਲੱਗ ਭਾਵ ਬਰਾਬਰ ਹੁੰਦੀ ਹੈ, ਠੀਕ ਹੈ। ਬਹੁਤ ਸਾਰੀਆਂ ਸ਼ਕਤੀਆਂ ਰਾਜਾਂ ਕੋਲ ਹੁੰਦੀਆਂ, ਬਹੁਤ ਸਾਰੀਆਂ ਕੇਂਦਰ ਕੋਲ ਹੁੰਦੀਆਂ, ਜਿਵੇਂ ਕਿ ਆਪਣੇ ਦੇਸ਼ ਵਿੱਚ ਹੈਗੀਆਂ ਐਟ ਏ ਟਾਈਮ। ਇਸੇ ਕਰਕੇ ਆਪਣੇ ਦੇਸ਼ 'ਚ ਸੰਘਾਤਮਕ ਸਰਕਾਰ ਹੈਗੀ ਹੈ। ਪਰ ਇਕਾਤਮਕ ਸਰਕਾਰ ਕੀ ਹੁੰਦੀ ਹੈ? ਇਕਾਤਮਕ ਸਰਕਾਰ ਦੇ ਵਿੱਚ ਰਾਜਾਂ ਦੇ ਮੁਕਾਬਲੇ ਭਾਵ ਸਟੇਟ ਦੇ ਮੁਕਾਬਲੇ ਜ਼ਿਆਦਾ ਜਿਹੜੀਆਂ ਸ਼ਕਤੀਆਂ ਜਾਂ ਪਾਵਰ ਹੁੰਦੀਆਂ ਉਹ ਕੇਂਦਰ ਕੋਲ ਹੁੰਦੀਆਂ, ਭਾਵ ਉਹ ਸੈਂਟਰ ਕੋਲ ਹੁੰਦੀਆਂ। ਜ਼ਿਆਦਾ ਸ਼ਕਤੀਆਂ ਜਾਂ ਪਾਵਰਸ ਕਿਹਦੇ ਕੋਲ ਹੁੰਦੀਆਂ ਨੇ? ਕੇਂਦਰ ਕੋਲ ਹੁੰਦੀਆਂ, ਠੀਕ ਹੈ। ਕਿ ਆਪਣੇ ਕੋਲ ਆਪਣੇ ਦੇਸ਼ 'ਚ ਇਕਾਤਮਕ ਸਰਕਾਰ ਹੈ? ਤੁਸੀਂ ਸੋਚ ਸਕਦੇ ਹੋ, ਬਹੁਤ ਸਾਰੇ ਕਹਿਣਗੇ ਨਹੀਂ ਹੈ ਹੀ ਨਹੀਂ, ਪਰ ਆਪਣੇ ਦੇਸ਼ 'ਚ ਇਕਾਤਮਕ ਸਰਕਾਰ ਵੀ ਹੈ। ਇਕਾਤਮਕ ਸਰਕਾਰ ਆਪਣੇ ਦੇਸ਼ 'ਚ ਕਦੋਂ ਬਣਦੀ ਹੈ? ਜਦੋਂ ਆਪਣੇ ਦੇਸ਼ 'ਚ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਹੈ, ਭਾਵ 352, ਠੀਕ ਹੈ, ਜਿਹਨੂੰ ਆਪਾਂ ਬੋਲਦੇ ਹਾਂ ਭਾਵ 352 ਜਾਂ 366 ਜਾਂ 360 ਜਿਹੜੀ ਲੱਗ ਜਾਂਦੀ ਹੈ, ਤਾਂ ਉਹ ਉਸ ਟਾਈਮ ਕੀ ਹੋ ਜਾਂਦਾ ਹੈ? ਕੇਂਦਰ ਕੋਲ ਜ਼ਿਆਦਾ ਸ਼ਕਤੀਆਂ ਪੈਦਾ ਹੋ ਜਾਂਦੀਆਂ, ਇਸੇ ਕਰਕੇ ਉਦੋਂ ਸਰਕਾਰ ਇਕਾਤਮਕ ਰੂਪ ਵਿੱਚ ਆ ਜਾਂਦੀ ਹੈ। ਕਲੀਅਰ ਹੋ ਗਿਆ ਹੋਊਗਾ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਲਾਸਾਂ ਆਪਣੀਆਂ ਐਪ ਉੱਪਰ, ਆਪਣੇ ਐਪ ਉੱਪਰ MSW ਸਟੱਡੀ ਐਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ। ਉੱਥੇ ਆਲਰੇਡੀ ਬਹੁਤ ਸਾਰੀਆਂ ਕਲਾਸਾਂ ਪੋਲੀਟੀਕਲ ਦੀਆਂ ਅਪਲੋਡ ਹੋ ਚੁੱਕੀਆਂ, ਠੀਕ ਹੈ। ਔਰ ਜਿਓਗ੍ਰਾਫੀ ਦੀਆਂ, ਹਿਸਟਰੀ ਦੀਆਂ ਸਾਰੀਆਂ ਕਲਾਸਾਂ, ਇਸ ਤਰ੍ਹਾਂ ਦੀਆਂ ਕਲਾਸਾਂ ਆਪਣੀਆਂ ਜਿਹੜੀਆਂ ਐਪ ਉੱਪਰ ਚੱਲਣਗੀਆਂ। ਇਹ ਇੱਕ ਡੈਮੋ ਕਲਾਸ ਸੀ ਤੁਹਾਡੇ ਵਾਸਤੇ ਕਿ ਆਪਾਂ PSTET ਦੀ ਸਟੱਡੀ ਕਿਵੇਂ ਕਰਾ ਰਹੇ ਹਾਂ। ਪਰ ਇੱਥੇ ਜਿਹੜੀਆਂ ਆਪਣੀਆਂ ਜ਼ਿਆਦਾਤਰ ਕਲਾਸਾਂ ਉਹ MCQ ਦੀਆਂ ਕਲਾਸਾਂ ਚੱਲਣਗੀਆਂ। ਇਸ ਤੋਂ ਇਲਾਵਾ ਸਾਈਕੋ ਦੀ ਜਿਹੜੀ ਡੈਮੋ ਕਲਾਸ ਹੈ ਉਹ ਵੀ ਤੁਸੀਂ ਆਪਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਦੇਖ ਸਕਦੇ ਹੋ। ਔਰ ਆਪਣਾ ਨੰਬਰ ਹੈਗਾ 9878 31752। ਇਸ ਨੰਬਰ ਤੇ ਜਿਹੜਾ ਤੁਸੀਂ WhatsApp ਮੈਸੇਜ ਕਰਕੇ ਜਾਂ ਕਾਲ ਕਰਕੇ ਇਨਫੋ ਲੈ ਸਕਦੇ ਹੋ। ਆਪਣਾ ਜਿਹੜਾ ਥਿਓਰੀ ਕਲਾਸਾਂ ਵਾਲਾ ਜਿਹੜਾ ਗਰੁੱਪ ਹੈ, ਪੇਡ ਗਰੁੱਪ, ਉਸ ਨੂੰ ਜੁਆਇਨ ਕਰਨ ਵਾਸਤੇ, ਜੋ ਕਿ ਆਪਣੇ ਐਪ ਉੱਪਰ ਅਵੇਲੇਬਲ ਹੈਗਾ। ਚਲੋ ਹੁਣ ਆਪਾਂ ਆਉਂਦੇ ਹਾਂ ਮੁੱਦੇ ਦੀ ਗੱਲ ਤੇ। ਲੋਕਤੰਤਰ ਦੇ ਵਿੱਚ ਕੀ ਕੀ ਵਿਸ਼ੇਸ਼ਤਾ? ਕਲੀਅਰ ਹੋ ਗਿਆ ਭਾਈ, ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਲੋਕਤੰਤਰ ਕਿਹਨੂੰ ਕਹਿੰਦੇ ਆ। ਤਾਂ ਲੋਕਤੰਤਰ ਦੇ ਨਾਲ ਸੂਝਵਾਨ ਨਾਗਰਿਕ ਪੈਦਾ ਹੁੰਦੇ ਆ। ਸੂਝਵਾਨ ਨਾਗਰਿਕ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਨਾ। ਸੂਝਵਾਨ ਤੇ ਸਮਝਦਾਰ ਨੇਤਾਗਣ ਪੈਦਾ ਹੁੰਦੇ ਆ। ਪਰ ਸਾਡੇ ਵਾਲੇ ਨੇਤਾਗਣ ਕਿੰਨੇ ਕੁ ਸਮਝਦਾਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਨਾਲ ਸਮਾਨਤਾ ਪੈਦਾ ਹੁੰਦੀ ਹੈ ਤੇ ਭੇਦਭਾਵ ਦੀ ਮਨਾਹੀ ਹੁੰਦੀ ਹੈ ਲੋਕਤੰਤਰ ਦੇ ਵਿੱਚ। ਸਹਿਣਸ਼ੀਲਤਾ, ਸਹਿਣਸ਼ੀਲਤਾ ਕੀ ਹੁੰਦੀ ਹੈ? ਸਹਿਣਸ਼ੀਲਤਾ ਮਤਲਬ ਇਹ ਹੁੰਦਾ ਕਿ ਲੋਕਤੰਤਰ ਦੇ ਵਿੱਚ ਮਤਲਬ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਤਾਂ ਉਹ ਸਰਕਾਰ ਤੋਂ ਧੱਕੇ ਨਾਲ ਕੰਮ ਕਰਾਊਗੀ ਵੀ ਤੁਸੀਂ ਆਹ ਕੰਮ ਕਿਉਂ ਨਹੀਂ ਕੀਤਾ। ਦੂਸਰਾ ਅੱਗੋਂ ਕਹਦੇ ਵੀ ਅਸੀਂ ਤਾਂ ਕਰਦੇ ਨਹੀਂ, ਉਹ ਨਹੀਂ ਕਹਿ ਸਕਦੇ ਉਹ, ਕਿਉਂਕਿ ਸਹਿਣਸ਼ੀਲਤਾ ਦੇ ਇਸ ਵਿੱਚ ਸਿਸਟਮ ਰੱਖਿਆ ਜਾਂਦਾ ਹੈ। ਸੰਵਿਧਾਨਕ ਸਿਧਾਂਤਾਂ ਤੇ ਚੱਲਣਾ ਪੈਂਦਾ ਹੈ, ਠੀਕ ਹੈ, ਸਰਕਾਰ ਨੂੰ। ਤਾਂ ਇਹ ਲੋਕਤੰਤਰ ਦੀਆਂ ਵਿਸ਼ੇਸ਼ਤਾ ਨੇ। ਲੋਕਤੰਤਰ ਪ੍ਰਣਾਲੀ ਸਭ ਤੋਂ ਵੱਧ ਹਰਮਨ ਪਿਆਰੀ ਪ੍ਰਣਾਲੀ ਮੰਨੀ ਜਾਂਦੀ ਹੈ। ਇਹ ਚੀਜ਼ ਨੋਟ ਰੱਖ ਲਿਓ। ਜੇਕਰ ਦੇਖਿਆ ਜਾਵੇ ਲੋਕਤੰਤਰ ਪ੍ਰਣਾਲੀ ਸਭ ਤੋਂ ਵੱਧ ਹਰਮਨ ਪਿਆਰੀ ਪ੍ਰਣਾਲੀ ਮੰਨੀ ਜਾਂਦੀ ਹੈ, ਪਰ ਆਪਣੇ ਵਾਲਿਆਂ ਨੇ ਕੀ ਬਣਾ ਰੱਖੀ ਹੈ? ਹਰਮਨ ਪਿਆਰੀ ਤੋਂ ਪੈਡ ਪ੍ਰਣਾਲੀ ਬਣਾ ਰੱਖੀ ਹੈ, ਠੀਕ ਹੈ, ਆਪਣੇ ਜਿਹੜੇ ਨੇਤਾਗਣ ਨੇ। ਤਾਂ ਆਪਣੇ ਦੇਸ਼ 'ਚ ਵੀ ਹਰਮਨ ਪਿਆਰੀ ਵੀ ਇਸ ਨੂੰ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੋ। ਪੜ੍ਹੇ ਲਿਖਿਆ ਅੱਗੇ ਰਿਕੁਐਸਟ ਹੈ। ਤਾਂ ਇੱਕ ਨੋਟ ਕਰ ਲਿਓ ਲਾਸਟ ਦੇ ਵਿੱਚ ਕਿ 1964 ਵਿੱਚ ਅਮਰੀਕਾ ਨੇ ਨਾਗਰਿਕ ਅਧਿਕਾਰ ਬਿੱਲ ਪਾਸ ਕੀਤਾ ਸੀ। ਕਈ ਵਾਰੀ ਡਾਇਰੈਕਟ ਪੁੱਛ ਲਿਆ ਜਾਂਦਾ ਕਿ 1964 ਵਿੱਚ ਅਮਰੀਕਾ ਨੇ ਕਿਹੜਾ ਬਿੱਲ ਪਾਸ ਕੀਤਾ? ਨਾਗਰਿਕ ਅਧਿਕਾਰ ਬਿੱਲ ਪਾਸ। ਇਹ ਬਿੱਲ ਕੀ ਸੀ ਨਾ, ਥੋੜਾ ਜਿਹਾ ਤੁਹਾਨੂੰ ਦੱਸਦਾ। ਨਾਗਰਿਕ ਅਧਿਕਾਰ ਬਿੱਲ ਕੀ ਸੀ? ਅਮਰੀਕਾ ਵਿੱਚ ਦੋ ਤਰ੍ਹਾਂ ਦੇ ਲੋਕ ਹੈ, ਇੱਕ ਕਾਲੇ ਲੋਕ ਹੈ, ਇੱਕ ਗੋਰੇ ਲੋਕ ਹੈ, ਠੀਕ ਹੈ। ਤਾਂ ਉੱਥੇ ਕੀ ਹੋਇਆ ਸੀ ਕਿ ਇੱਕ ਵਾਰ ਕਿਸੇ ਗੋਰੇ ਲੋਕ ਨੇ ਕਾਲੇ ਵਿਅਕਤੀ ਨੂੰ ਜਿਹੜਾ ਬੱਸ ਵਿੱਚ ਸੀਟ ਤੇ ਬੈਠਣ ਨੂੰ ਰੋਕ ਦਿੱਤਾ ਸੀ। ਸੀਟ ਤੇ ਬੈਠਣ ਨੂੰ ਰੋਕ ਦਿੱਤਾ ਤਾਂ ਉੱਥੇ ਜਿਹੜੇ ਕਾਲੇ ਲੋਕ ਸੀ ਤਾਂ ਉਹਨਾਂ ਨੇ ਫਿਰ ਅੰਦੋਲਨ ਕਰ ਦਿੱਤਾ। ਅੰਦੋਲਨ ਤੋਂ ਬਾਅਦ ਫਿਰ ਕੀ ਹੈ, ਅਮਰੀਕਾ ਦੇ ਵਿੱਚ ਇੱਕ ਨਾਗਰਿਕ ਅਧਿਕਾਰ ਐਕਟ ਪਾਸ ਹੋ ਗਿਆ ਸੀ, ਜਿਹਨੂੰ 1964 ਵਿੱਚ ਲਿਆਂਦਾ ਗਿਆ ਤੇ ਉਸ ਐਕਟ ਦੇ ਰਾਹੀਂ ਫਿਰ ਜਿਹੜਾ ਸਮਾਨਤਾ ਦਿੱਤੀ ਗਈ, ਠੀਕ ਹੈ। ਤਾਂ ਇਸੇ ਨੂੰ ਲੋਕਤੰਤਰ ਬੋਲਦੇ ਆ। ਹੁਣ ਮੈਂ ਲਾਸਟ ਦੇ ਵਿੱਚ ਕੀ ਬੋਲਾਂ ਕਿ ਲੋਕਤੰਤਰ ਦੀਆਂ ਕੀ ਵਿਸ਼ੇਸ਼ਤਾ ਨੇ। ਲੋਕਤੰਤਰ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਲੋਕਤੰਤਰ ਵਿੱਚ ਸਮਾਨਤਾ ਨੂੰ ਅੱਗੇ ਰੱਖਿਆ ਜਾਂਦਾ ਹੈ। ਲੋਕਤੰਤਰ ਵਿੱਚ ਨਾਗਰਿਕ ਅਧਿਕਾਰਾਂ ਨੂੰ ਅੱਗੇ ਰੱਖਿਆ ਜਾਂਦਾ ਹੈ। ਔਰ ਲੋਕਤੰਤਰ ਦੇ ਵਿੱਚ ਭੇਦਭਾਵ ਦੀ ਮਨਾਹੀ ਹੁੰਦੀ ਹੈ। ਲੋਕਤੰਤਰ ਦੇ ਵਿੱਚ ਵਿਆਪਕ ਮਤ ਅਧਿਕਾਰ ਹੁੰਦਾ ਹੈ, ਜਿਹਨੂੰ ਕਹਿ ਲਈਏ ਵੀ ਸਾਰੇ ਵੋਟਾਂ ਪਾ ਸਕਦੇ ਆ। ਲੋਕਤੰਤਰ ਦੇ ਵਿੱਚ ਪ੍ਰਤੀਨਿਧੀ ਸਰਕਾਰ ਹੁੰਦੀ ਹੈ, ਠੀਕ ਹੈ। ਲੋਕਤੰਤਰ ਦੇ ਵਿੱਚ ਕਠੋਰ ਜਾਂ ਲਿਖਤੀ ਸੰਵਿਧਾਨ ਹੋ ਸਕਦਾ ਹੈ। ਤਾਂ ਇਹ ਸਭ ਕੁਝ ਲੋਕਤੰਤਰ ਦੇ ਵਿੱਚ ਹੁੰਦਾ, ਠੀਕ ਹੈ ਜੀ। ਸੋ ਆਸ ਹੈ ਕਿ ਲੈਕਚਰ ਸਮਝ ਲੱਗਿਆ ਹੋਗਾ। ਇਸ ਤਰ੍ਹਾਂ ਦੇ ਨਵੇਂ ਹੋਰ ਲੈਕਚਰ ਦੇਖਣ ਵਾਸਤੇ ਆਪਣੇ ਐਪ ਨੂੰ ਡਾਊਨਲੋਡ ਕਰ ਲਓ, MSW ਸਟੱਡੀ ਦਾ ਐਪ, ਜਿੱਥੇ ਕਿ ਤੁਹਾਨੂੰ ਸਾਰੇ ਲੈਕਚਰ ਮਿਲਣਗੇ। ਔਰ ਇਸ ਤੋਂ ਬਾਅਦ ਸਾਈਕੋ ਦੀਆਂ ਥਿਓਰੀ ਕਲਾਸਾਂ, ਪੰਜਾਬੀ ਪੈਡਾਗੋਜੀ ਦੀਆਂ ਕਲਾਸਾਂ ਔਰ ਇੰਗਲਿਸ਼ ਪੈਡਾਗੋਜੀ ਦੀਆਂ ਕਲਾਸਾਂ, ਠੀਕ ਹੈ ਜੀ। ਬਾਏ ਬਾਏ, ਟੇਕ ਕੇਅਰ, ਆਲ ਦੀ ਬੈਸਟ।